ਵਾਹਿਗੁਰੂ ਜੀ ਆਖਣ ਜੋਰ ਚੁਪੈ ਨਹਿ ਜੋਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ, ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿ ਲੜੀਵਾਰ ਕਥਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਿੱਛੇ 32 ਪੌੜੀਆਂ ਹੋ ਚੁੱਕੀਆਂ ਹਨ। 33ਵੀਂ ਪੌੜੀ ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ, ਜਿਹਦੇ ਵਿੱਚ ਸਿੱਧਾਂ ਦਾ ਪ੍ਰਸ਼ਨ ਹੈ। ਸਿੱਧਾਂ ਨੇ ਕਿਹਾ ਜੀ ਤੁਸੀਂ ਜੋ ਵਿਚਾਰ ਕੀਤੀ ਸੀ ਗਿਆਨ ਦੀ ਜਿਹੜੀਆਂ 7 ਭੂਮਿਕਾ ਉਹਦੇ 'ਚੋਂ ਸੁਭ ਇੱਛਾ ਅਤੇ ਸੰਪਤ ਉਪਾਸਨਾ ਕਹੀ ਹੈ, ਜਿਹਦੇ ਵਿੱਚ ਭਗਤੀ ਦੀ ਸੰਪਤਾ ਅਤੇ ਭਗਤੀ ਕਰਨ ਵਾਸਤੇ ਭਗਤੀ ਦੇ ਗੁਣਾਂ ਦੀ ਮੰਗ ਕਰਨੀ ਹੋਵੇ ਉਹ ਸੰਪਤ ਉਪਾਸਨਾ ਹੁੰਦੀ ਹੈ। ਪਿੱਛੇ ਵਿਚਾਰ ਹੋ ਚੁੱਕੀ ਹੈ। ਅਤੇ ਹੁਣ ਦੂਜੀ ਗਿਆਨ ਦੀ ਭੂਮਿਕਾ ਸੋ ਵਿਚਾਰਨਾ ਹੈ। ਸੁਭ ਇੱਛਾ ਉਹ ਸਰਵਣ ਰੂਪ ਹੈ ਅਤੇ ਇਹ ਮੰਨਣ ਰੂਪ ਹੈ। ਇਹ ਜਿਹੜੀ ਗਿਆਨ ਦੀ ਭੂਮਿਕਾ ਸੋ ਵਿਚਾਰਨਾ ਮੰਨਣ ਰੂਪ ਹੈ, ਉਹਦੇ ਬਾਰੇ ਆਪ ਜੀ ਕਥਨ ਕਰੋ। ਇੱਕ ਤਾਂ ਇਹ ਸੀ ਵੀ ਗਿਆਨ ਦੀ ਦੂਸਰੀ ਭੂਮਿਕਾ ਕਥਨ ਕਰੋ, ਸੋ ਵਿਚਾਰਨ ਜੋ ਮੰਨਣ ਰੂਪ ਹੈ। ਦੂਸਰੀ ਬਾਤ ਹੈ ਵੀ ਜੀਵ ਪਤੰਤਰ ਹੈ ਕਿ ਸੁਤੰਤਰ ਹੈ, ਯਾਨੀ ਅਧੀਨ ਹੈ ਕਿ ਆਪਣੇ ਆਪ ਆਜ਼ਾਦ ਹੈ, ਜੋ ਮਰਜ਼ੀ ਕਰੇ। ਮਹਾਰਾਜ ਸਾਹਿਬ ਜੀ ਨੇ ਫਿਰ ਇਸ ਦੇ ਵਿੱਚ ਇੱਕ ਤਰੀਕਾ ਵਰਤਿਆ ਹੈ। ਅਲੰਕਾਰ ਤਾਂ 83-84 ਅਲੰਕਾਰ ਨੇ ਜਪਜੀ ਸਾਹਿਬ ਵਿੱਚ, ਗਰਭਗੰਜਨੀ ਟੀਕੇ ਵੀ ਸਾਰੇ ਨਿਖਾਰੇ ਹੋਏ ਨੇ ਕਿਹੜਾ ਅਲੰਕਾਰ ਕੀ ਹੈ। ਪਰ ਇਸ ਪੌੜੀ ਦੇ ਵਿੱਚ ਇੱਕ ਅਲੰਕਾਰ ਵਰਤਿਆ ਮਹਾਰਾਜ ਨੇ, ਅਰਥਾਂਤਰ ਨਿਆਏ ਅਲੰਕਾਰ ਕਹਿੰਦੇ ਨੇ। ਇਹ ਅਲੰਕਾਰ ਦੇ ਵਿੱਚ ਇਸ ਦਾ ਮਤਲਬ ਇਹ ਹੈ ਕਿ ਜਿਸ ਕਥਨ ਵਿੱਚ ਵਿਸ਼ੇਸ਼ ਕਥਨ ਨੂੰ ਸਮਾਨ, ਵਿਸ਼ੇਸ਼ ਕਥਨ ਨੂੰ ਤਾਂ ਸਮਾਨ ਕਥਨ ਕੀਤਾ ਜਾਏ ਅਤੇ ਸਮਾਨ ਕਥਨ ਨੂੰ ਵਿਸ਼ੇਸ਼ ਕਥਨ ਦੇ ਨਾਲ ਪੱਕਿਆਂ ਕੀਤਾ ਜਾਏ। ਇਹ ਇਸ ਅਲੰਕਾਰ ਦਾ ਤਰੀਕਾ ਹੈ ਅਤੇ ਗੁਰੂ ਸਾਹਿਬ ਨੇ ਇਹ ਤਰੀਕਾ ਇਹਦੇ ਵਿੱਚ ਵਰਤਿਆ ਇਸ ਪੌੜੀ ਵਿੱਚ। ਸੋ ਆਓ ਜਿਸ ਪ੍ਰਕਾਰ ਸਤਿਗੁਰੂ ਕਿਰਪਾ ਕਰਦੇ ਨੇ ਸੁਣੋ ਜੀ। ਵਾਹਿਗੁਰੂ ਜੀ ਆਖਣ ਜੋਰ ਚੁਪੈ ਨਹਿ ਜੋਰ। ਮਾਰਨ ਕੇ ਸਿੱਧੋ ਜੀਵ ਸੁਤੰਤਰ ਕਦੇ ਹੋ ਨਹੀਂ ਸਕਦਾ, ਪਤੰਤਰ ਹੈ। ਪਤੰਤਰ ਦਾ ਮਤਲਬ ਅਧੀਨ, ਸੁਤੰਤਰ ਦਾ ਮਤਲਬ ਆਜ਼ਾਦ, ਬੰਧਨ ਤੋਂ ਰਹਿਤ। ਕਹਿੰਦੇ ਜੀਵ ਪਤੰਤਰ ਹੈ, ਅਧੀਨ ਹੈ। ਇਸ ਕਰਕੇ ਵੀ ਜੀਵ ਆਖਣ ਜੋਰ ਚੁੱਪੇ ਨਹੀਂ ਜੋਰ। ਸਿੱਧੋ ਜੀਵ ਪਰਾਧੀਨ ਹੈ, ਜਿਸ ਕਰਕੇ ਪ੍ਰਭੂ ਦੀ ਮਰਜ਼ੀ ਤੋਂ ਬਿਨਾਂ ਕਿਸੇ ਦਾ ਆਪਣੇ ਆਪ ਦੇ ਵਿੱਚ ਜ਼ੋਰ ਕੀ ਇਹ ਤਾਕਤ ਚੱਲਦਾ ਨਹੀਂ। ਕਿਸੇ ਦੀ ਤਾਕਤ ਨਹੀਂ, ਆਪਣੀ ਮਰਜ਼ੀ ਨਾਲ ਕੁਛ। ਆਖਣ ਜੋਰ, ਕਿਸੇ ਦੇ ਵਿੱਚ ਵੀ ਕੁਝ ਆਖਣ ਦਾ ਕਹਿਣ ਦਾ ਜ਼ੋਰ ਨਾਮ ਬਲ ਦਾ ਹੁੰਦਾ, ਬਲ ਨਹੀਂ ਹੈ, ਤਾਕਤ ਨਹੀਂ ਹੈ। ਅਤੇ ਕਿਸੇ ਦੇ ਵਿੱਚ ਵੀ ਧਾਰਮਿਕ ਗ੍ਰੰਥ, ਵੇਦ ਸ਼ਾਸਤਰ, ਪੁਰਾਣ, ਸਿਮਰਤੀਆਂ ਜਾਂ ਗੁਰਬਾਣੀ ਆਦਿ, ਇਹਦੇ ਆਖਣ ਕਹਿਣ ਵਿੱਚ ਵੀ ਕਹਿੰਦੇ ਆਪਣਾ ਕੋਈ ਜ਼ੋਰ ਬਲ ਨਹੀਂ ਹੈ। ਸਭ ਕਥਨ ਕਰਨ ਵਾਲੇ ਜਿੰਨੇ ਪ੍ਰਵਕਤਾ ਨੇ ਉਸ ਪ੍ਰਭੂ ਦੇ ਹੁਕਮ ਅਨੁਸਾਰ ਹੀ ਬੋਲਦੇ ਹੈ। ਜਿਉਂ ਬੁਲਾਵੇ ਹੈ ਤਿਉਂ ਬੋਲੇ ਸੁਆਮੀ, ਕੁਦਰਤ ਕਵਨ ਹੁੰਬਾਰੀ। जब अपनी जोत खिंचे तू स्वामी, तब कोई करो दिखा बख्याना, फिर बख्यान करके दिखावे। ये तो तेरी जोत नाल ही बोलते, तेरी सत्ता नाल बोलते हैं। तो इस करके जो रब्बी हुक्म अनुसार जबान बंद हो जाए किसी की, लखां यतन करन ते भी वो आखण बोलना चाहता पर बोल नहीं सकता। कई जमांदरू गूंगे होंदे ने ते वो अनेकां यतन करते हैं, हस्पतालों में बथेरे इलाज कराउंदे है पर आ समर्थ न। इलाज हो रहा है पर जबान नहीं मिली। रब की मर्जी तो बिना किसी का भी सुभाव कोई गल आखण, जिहदे कोल जबान भी है वो तो गूंगे न, बोलना चाहते हैं बोल नहीं सकते। जिहदे कोल जबान है वो भी कोई शब्द होर कहना चाहता तो होर निकल जाता, कहता भी मैं तो ऐं कहन लग्या सी, मेरी जबान तो निकल गया। ये भी किसी के वस की गल नहीं है। ये भी जोर की बल नहीं है बोलण का। बोलना कुछ होर चाहता, बोलिया कुछ होर जाता। ये कुंभ करन की गल जिहड़ी है
ਉਹ ਹਮੇਸ਼ਾ ਹੀ ਮਸ਼ਹੂਰ ਹੈ, ਗ੍ਰੰਥਾਂ 'ਚ ਪ੍ਰਸਿੱਧ ਹੈ। ਉਹ ਕੀ ਹੈ? ਤਪੱਸਿਆ ਕੀਤੀ। ਇਹ ਬਹੁਤ ਸਾਰੇ ਸਨਾਤਨ ਮਤ ਵਿੱਚ ਦੇਵਤਿਆਂ ਦੀ ਤਪੱਸਿਆ ਕਰਦੇ ਹਨ। ਦੇਵਤੇ ਵਰ ਦੇ ਦਿੰਦੇ ਨੇ, ਦੁਨਿਆਵੀ ਚੀਜ਼ਾਂ ਦੇ ਸਕਦੇ, ਮੁਕਤੀ ਨਹੀਂ ਦੇ ਸਕਦੇ। ਬ੍ਰਹਮਾ ਦਾ ਆਵਾਹਨ ਕੀਤਾ। ਬ੍ਰਹਮਾ ਨੇ ਦੇਖ ਲਿਆ ਵੀ ਇਹ ਮੇਰੇ ਕੋਲੋਂ ਕੀ ਮੰਗਣਾ ਇਹਨੇ। ਉਹਨੂੰ ਪਤਾ ਸੀ ਵੀ ਆਹ ਮੰਗੂਗਾ ਇਹ। ਅੰਤਰਜਾਮਤਾ ਦੁਆਰਾ ਬ੍ਰਹਮਾ ਨੇ ਦੇਖਿਆ ਵੀ ਇਹਨੇ ਮੰਗਣਾ ਹੈ ਵੀ ਮੈਂ 6 ਮਹੀਨੇ ਜਾਗਦਾ ਰਹਾਂ, ਵੀ ਇੱਕ ਦਿਨ ਸੌਵਾਂ, ਵੀ ਮੇਰੀ ਤਾਂ ਰਚਨਾ ਨੂੰ ਨਿਬੇੜ ਦੂਗਾ। ਉਵੇਂ ਇਹ ਜੇ ਕਿਤੇ ਤਾਂ ਅਨਰਥ ਹੋ ਜਾਊਗਾ ਬਹੁਤ। 6 ਮਹੀਨੇ 'ਚ ਤਾਂ ਬਹੁਤ ਕੁਛ ਇਹ ਬਰਬਾਦ ਕਰ ਦਿਆ ਕਰੂਗਾ, ਜੀਵਾਂ ਦਾ ਘਾਤ ਕਰੂਗਾ। ਉਹਨੇ ਸਰਸਤੀ ਨੂੰ ਪ੍ਰੇਰਨਾ ਕਰਤੀ ਵੀ ਇਹਦੀ ਜ਼ਬਾਨ 'ਤੇ ਬਹਿ ਜਾ, ਜਦੋਂ ਇਹ ਮੇਰੇ ਕੋਲੋਂ ਵਰ ਮੰਗੂਗਾ ਵੀ ਉਹਦੀ ਜ਼ਬਾਨ ਉਲਟਾ ਦੇਂ। ਕਈਆਂ ਲੀਡਰਾਂ ਦੀ ਜ਼ਬਾਨ ਨਹੀਂ ਉਲਟਾ ਦਿੰਦੀ, ਉਹ ਸਰਸਤੀ ਉਲਟਾਉਂਦੀ ਹੈ। ਉਹ ਕਹਿਣਾ ਕੁਛ ਹੋਰ ਚਾਹੁੰਦੇ ਨੇ, ਹੋਰੇ ਕੁਝ ਕਿਹਾ ਜਾਂਦਾ ਹੈ, ਜਲੂਸ ਨਿਕਲ ਜਾਂਦਾ ਹੈ। ਜਦੋਂ ਬ੍ਰਹਮਾ ਪ੍ਰਗਟ ਹੋਇਆ, ਉਹਨੇ ਕਿਹਾ ਬ੍ਰਹਮਭੂ, ਉਹਦਾ ਮਤਲਬ ਹੁੰਦਾ ਵਰ ਮੰਗ। ਸਰਸਤੀ ਨੇ ਜੀਭ ਪਲਟਾਤੀ। ਕਹਿੰਦੇ ਜੀ 6 ਮਹੀਨੇ ਮੈਂ ਸੁੱਤਾ ਰਹਾਂ ਅਤੇ ਇੱਕ ਦਿਨ ਜਾਗਾਂ। ਕਹਿੰਦੇ ਤਥਾਸਤੂ, ਛੇਤੀ ਦੇ ਕੇ ਐਸਾ ਹੀ ਹੋਏਗਾ। ਉਹ ਬਾਅਦ 'ਚ ਕਹਿੰਦਾ ਪਰਮ ਪਿਤਾ ਬ੍ਰਹਮਾ, ਮੈਂ ਤਾਂ ਮੰਗਣਾ ਸੀ ਇਹ। ਤਾਂ ਕਹਿੰਦੇ ਵੀ ਹੁਣ ਤਾਂ ਹੋ ਗਿਆ। ਹੁਣ ਕੁੰਭਕਰਨ ਬੋਲਣਾ ਕੀ ਚਾਹੁੰਦਾ ਸੀ? 6 ਮਹੀਨੇ ਜਾਗਦਾ ਰਹਾਂ, ਮੰਗ ਲਿਆ ਕਿ 6 ਮਹੀਨੇ ਸੁੱਤਾ ਰਹਾਂ। ਆਖਣ ਜ਼ੋਰ, ਆਖਣ ਦੇ ਵਿੱਚ ਵੀ ਕਿਸੇ ਦਾ ਜ਼ੋਰ ਨਹੀਂ ਹੈ। ਕੋ ਨਿਜ ਸਖਤ ਨਾ ਬੋਲਵੋ, ਬੋਲਣਾ ਹਰ ਕੀ ਦਾਤ, ਖਸਟ ਮਾਸ ਕੀ ਨੀਂਦ ਕੋ ਮੰਗਿਓ ਦਹਿ ਭਰਾਤ। ਉਹ ਇਸ ਕਰਕੇ ਉਸ ਪ੍ਰਭੂ ਦੇ ਗੁਣਾਂ ਨੂੰ ਆਖਣ ਦਾ ਕਿਸੇ ਵਿੱਚ ਜ਼ੋਰ ਬਲ ਨਹੀਂ ਹੈ। ਪ੍ਰਭੂ ਨੂੰ ਭਾਵੇਂ ਕੋਈ ਵੀ ਉਸ ਦੇ ਗੁਣਾਂ ਦਾ ਇਹ ਦਾਅਵਾ ਕਰੇ ਮੈਂ ਗਾ ਸਕਦਾ, ਨਹੀਂ। ਆਪ ਜਪਾਏ ਜਪੇ ਸੋ ਨਾਉ, ਆਪ ਗਵਾਏ ਸੋ ਹਰ ਗੁਣ। ਮਹਾਰਾਜ ਕਹਿੰਦੇ ਸਿੱਧੋ ਜੀ ਪਿਓ ਹੈ, ਇਹ ਪਤੰਤਰ ਹੈ, ਸੁਤੰਤਰ ਨਹੀਂ। ਚੁੱਪੇ ਨਾ ਜੋਰ। ਇਹਦੇ 'ਤੇ ਭਗਤਮਾਲਾ ਵਿੱਚ ਹੋਰ ਗ੍ਰੰਥਾਂ 'ਚ ਇੰਨੀਆਂ ਸਾਖੀਆਂ ਨੇ ਵੀ ਇੱਕ ਇੱਕ ਤੁਕ ਦੇ ਵਿੱਚ 2-2 ਸਾਖੀਆਂ। ਹੁਣ ਜੇ ਉਹਨਾਂ ਸਾਖੀਆਂ ਨੂੰ ਲਾ ਕੇ ਆਪਾਂ ਕਥਾ ਕਰੀਏ ਫਿਰ ਤਾਂ ਕਈ ਦਿਨ 'ਚ ਇੱਕ ਪੌੜੀ ਹੋਊਗੀ। ਫਿਰ ਇਹਦੇ ਅਰਥ ਵੀ 2-3 ਹੈ, ਸੰਪਰਦਾ ਜੋ ਕਰੇ ਜਾਂਦੇ ਨੇ। ਇਸ ਕਰਕੇ ਆਪਾਂ ਇਹਨੂੰ ਸੰਖੇਪ ਕਰਦੇ ਹਾਂ। ਚੁੱਪੇ ਨਾ ਜੋਰ। ਚੁੱਪ ਰਹਿਣ ਦੇ ਵਿੱਚ ਵੀ ਕਿਸੇ ਦਾ ਜ਼ੋਰ ਕੀ ਹੈ, ਬਲ ਨਹੀਂ ਹੈ। ਆਪਣੀ ਮਰਜ਼ੀ ਨਾਲ ਕੋਈ ਚੁੱਪ ਨਹੀਂ ਰਹਿ ਸਕਦਾ। ਇੱਕ ਕੋਈ ਮਹਾਤਮਾ ਸੀ ਬ੍ਰਹਮਵੇਤੇ, ਉਹਨਾਂ ਦਾ ਸ਼ਿਸ਼ ਸੀ। ਉਹਦੇ ਕੋਲ ਵੀ ਰਿੱਧੀਆਂ ਸਿੱਧੀਆਂ ਆ ਗਈਆਂ, ਬਾਕ ਸਿੱਧੀ ਹੋ ਗਈ ਅਤੇ ਉਹਨੂੰ ਵੀ ਗਿਆਨ ਕਰਾਤਾ ਮਹਾਂਪੁਰਸ਼ਾਂ ਨੇ। ਪਰ ਅਜੇ ਬ੍ਰਹਮ ਗਿਆਨ ਦੇ ਵਿੱਚ ਦੇਖਿਆ ਵੀ ਅਜੇ ਕੱਚਾ ਹੈ। ਅਪਰੋਖ ਬ੍ਰਹਮ ਗਿਆਨ ਨਹੀਂ ਹੋਇਆ, ਪਰੋਖ ਬ੍ਰਹਮ ਗਿਆਨ ਹੋ ਗਿਆ। ਇੱਕ ਦਿਨ ਮਹਾਤਮਾ ਚਲੇ ਕਿਸੇ ਪਾਸੇ, ਕਹਿਣ ਲੱਗੇ ਬੇਟਾ ਸੰਭਲ ਕੇ ਚੱਲੀ, ਤੇਰੇ 'ਚ ਤਾਕਤ ਤਾਂ ਹੁਣ ਹੋ ਗਈ ਹੈ ਜ਼ਬਾਨ ਵਿੱਚ, ਚੁੱਪ ਰਹੀ। ਕਹਿੰਦੇ ਜੀ ਮੈਂ ਸਮਝਿਆ ਨਹੀਂ। ਕਹਿੰਦੇ ਜੇ ਕੋਈ ਵਾਅਦਾ ਕਰੇ ਉਹਨੂੰ ਸਰਾਫ ਨਾ ਦੇ ਦੀ, ਜਰ ਲਈ। ਜੇ ਕੋਈ ਸੇਵਾ ਕਰੇ ਉਹਨੂੰ ਵਰ ਨਾ ਦੇ ਦੀ। ਇਹ ਦੋਨੇ ਗੱਲਾਂ ਨੁਕਸਾਨਦਾਇਕ ਨੇ, ਭਾਣੇ 'ਚ ਰਹੀ, ਚੁੱਪ ਰਹਿ ਜੀ। ਕਹਿੰਦਾ ਜੀ ਠੀਕ ਹੈ। ਮਹਾਤਮਾ ਦੇ ਵਿੱਚੋਂ ਇੱਕ ਰਾਜਾ ਆ ਗਿਆ, ਭੇਟਾ ਦਿੱਤੀ, ਨਮਸਕਾਰ ਕੀਤੀ। ਉਹਨੇ ਕਿਹਾ ਮਹਾਤਮਾ ਜੀ ਮੈਂ ਬੇਨਤੀ ਕਰਨ ਆਇਆ ਸੀ ਵੀ ਮਹਾਤਮਾ ਜੀ ਵੱਡੇ। ਕਹਿੰਦੇ ਜੀ ਉਹ ਤਾਂ ਗਏ ਨੇ, ਤੁਸੀਂ ਮੈਨੂੰ ਦੱਸੋ ਸੇਵਾ। ਕਹਿੰਦਾ ਜੀ ਮੇਰੇ ਪੁੱਤਰ ਨਹੀਂ ਹੈ। ਧਨ ਪਦਾਰਥ ਦਿੱਤਾ। ਉਹ ਵਡਿਆਈ ਦੇ ਵਿੱਚ ਆ ਕੇ ਕਹਿੰਦਾ ਜਾ ਤੇਰੇ ਪੁੱਤਰ ਹੋ ਜਾਊਗਾ। ਪਿੱਛੋਂ ਆ ਗਏ ਮਹਾਤਮਾ, ਪੁੱਛਿਆ ਕਹਿੰਦੇ ਕਿਸੇ ਨੂੰ ਵਾਰ ਸਰਾਪ ਤਾਂ ਨਹੀਂ ਦਿੱਤਾ? ਪਤਾ ਸੀ ਸੁਭਾਅ ਦਾ। ਕਹਿੰਦਾ ਜੀ ਰਾਜਾ ਆਇਆ ਸੀ, ਪੁੱਤਰ ਦੀ ਜਾਚਨਾ ਕੀਤੀ, ਮੈਂ ਤਾਂ ਪੁੱਤਰ ਦਾ ਵਰ ਦੇ ਦਿੱਤਾ। ਕਹਿੰਦੇ ਅੱਛਾ ਦੇ ਦਿੱਤਾ ਵਰ? ਕਹਿੰਦੇ ਹਾਂ ਜੀ। ਕਹਿੰਦੇ ਮੈਂ ਤਾਂ ਸਮਝਿਆ ਸੀ ਤੇਰੀ ਇਸੇ ਜਨਮ 'ਚ ਕਲਿਆਣ ਹੋ ਜਾਵੇ, ਹੁਣ ਨਹੀਂ ਹੋਣੀ। ਕਹਿੰਦਾ ਜੀ ਕੀ ਹੋ ਗਿਆ? ਕਹਿੰਦੇ ਹੁਣ ਤੂੰ ਐਂ ਕਰ ਵੀ ਆਪਣਾ ਸਰੀਰ ਛੱਡ ਕੇ ਨਾ ਜਾ, ਹੁਣ ਤੈਨੂੰ ਪੁੱਤਰ ਬਣ ਕੇ ਹੀ ਉਹਦੇ ਜੰਮਣਾ ਪੈਣਾ। ਪਤਾ ਨਹੀਂ ਤਪੋਂ ਰਾਜੋਂ ਨਰਕ ਹੋ ਜਾਂਦਾ ਹੁੰਦਾ ਹੈ। ਪਰ ਜੇ ਉੱਥੇ ਵੀ ਸੰਭਲ ਗਿਆ, ਹੁਣ ਤਾਂ ਵਚਨ ਨਹੀਂ ਮੰਨਿਆ, ਗਾਹਾਂ ਵਚਨ ਮੰਨ ਲਈ, ਸਿਮਰਤੀ ਰਹਿ ਜੂਗੀ ਤੈਨੂੰ, ਇਹ ਮੈਂ ਤੈਨੂੰ ਵਰ ਦੇਣਾ। ਉਹ ਉੱਥੇ ਮਰ ਗਿਆ, ਜਾ ਕੇ ਰਾਜੇ ਦੇ ਜੰਮ ਪਿਆ। ਰਾਜੇ ਨੇ ਖੁਸ਼ੀਆਂ ਮਨਾਈਆਂ ਜੀ, ਪੁੱਤਰ ਨਹੀਂ ਸੀ, ਬੜੇ ਗਾਜੇ ਨੇਜੇ, ਯੁਵਰਾਜ ਹੋ ਗਿਆ। ਸਿਮਰਤੀ ਬਣੀ ਰਹੀ। ਮਾਤਾ ਦੇ ਉਦਰ 'ਚ ਤਾਂ 100 ਸਾਲ ਦੀ ਸਿਮਰਤੀ ਵੈਸੇ ਹੀ 100 ਜਨਮ ਦੀ ਹੁੰਦੀ ਹੈ। ਅਤੇ ਉਹਨੂੰ ਸਿਮਰਤੀ ਵੀ ਮੈਂ ਬੋਲਣ ਦੇ ਨਾਲ ਮੇਰਾ ਕੰਮ ਵਿਗੜਿਆ ਸੀ। ਉਹ ਬਥੇਰਾ ਬਚਪਨ 'ਚ ਬੁਲਾਉਣ ਬੋਲੇ ਹੀ ਨਾ,
3-4 ਸਾਲ ਦਾ ਹੋ ਗਿਆ, ਬੋਲੀ ਨਾ, ਸੁਣੇ ਸਭ ਕੁਛ, ਅਕਲ ਸਭ ਕੁਛ ਹੈ ਅਕਲ ਦੀ। 18 ਸਾਲ ਦਾ ਗੱਭਰੂ ਜਵਾਨ ਹੋ ਗਿਆ, ਲੋਕੀ ਕਹਿਣ ਰਾਜੇ ਦਾ ਪੁੱਤਰ ਗੂੰਗਾ ਹੈ, ਯੁਵਰਾਜ ਗੂੰਗਾ ਹੈ, ਕੱਲ੍ਹ ਨੂੰ ਸਾਡਾ ਰਾਜਾ ਗੂੰਗਾ ਹੋਊਗਾ। ਰਾਜਾ ਬੜਾ ਤੰਗ ਹੋਇਆ, ਬੜੇ ਵੈਦ ਹਕੀਮ ਬੁਲਾਏ ਪਰ ਗੱਲ ਬਣੀ ਨਾ। ਇੱਕ ਦਿਨ ਸ਼ਿਕਾਰ ਨੂੰ ਨਾਲ ਲੈ ਗਿਆ ਰਾਜਾ। ਉਹ ਕੀ ਦੇਖਦੇ ਆ, ਇੱਕ ਸਾਹੇ ਦੇ ਮਗਰ ਸ਼ਿਕਾਰੀ ਲੱਗੇ ਹੋਏ, ਸਾਹਾ ਨਿਕਲ ਗਿਆ, ਜਾ ਕੇ ਘੁਰਨੇ 'ਚ ਵੜ ਗਿਆ। ਇਹ ਕੁਝ ਕਲਪਤ ਵਿਚਾਰਾਂ ਹੁੰਦੀਆਂ ਨੇ ਜਿਹੜੀਆਂ ਵਿੱਚੋਂ ਸਾਰੰਸ ਕੱਢਣਾ ਹੁੰਦਾ ਹੈ। ਸਾਖੀ ਦੇ ਮਗਰ ਨਹੀਂ ਬਹੁਤਾ ਜਾਈਦਾ, ਸਿਧਾਂਤ ਮਗਰ ਜਾਈਦਾ ਹੈ। ਅਤੇ ਕੁਝ ਐਸੇ ਸਮੇਂ ਵੀ ਹੁੰਦੇ ਆ ਜਿਹਦੇ ਵਿੱਚ ਪੁਰਾਣੇ ਸਮੇਂ 'ਚ ਕੁਝ ਬੁੱਧੀਵਾਨ ਜਾਨਵਰਾਂ ਦੀਆਂ ਗੱਲਾਂ ਵੀ ਸਮਝ ਲੈਂਦੇ ਹੁੰਦੇ ਸੀ। ਨਾ ਸੱਤ ਨਾ ਅਸੱਤ, ਇਹ ਝੰਜਟ 'ਚ ਨਹੀਂ ਪੈਣਾ ਕਿ ਸਾਖੀ ਸੱਤ ਹੈ ਕਿ ਸੱਤ, ਉਹਦੇ 'ਚ ਸਿਧਾਂਤ ਸੱਤ ਹੈ ਬਸ। ਉਹ ਕਹਿੰਦੇ ਘੁਰਨੇ ਵਿੱਚ ਜਾ ਕੇ ਨਾ ਲੱਗਿਆ ਸਾਹਾ ਕਹਿਣ, ਕਹਿੰਦਾ ਦੇਖੋ ਮੈਂ ਆਪਣੀ ਚਲਾਕੀ ਨਾਲ ਆਪਣੀ ਜਾਨ ਬਚਾ ਗਿਆ। ਆਪਣੇ ਭਾਈਚਾਰੇ ਨੂੰ ਕਹਿੰਦਾ ਮੈਂ ਚਲਾਕੀ ਨਾਲ ਜਾਨ ਬਚਾ ਗਿਆ। ਉਹ ਪਿੱਛੇ ਆ ਕੇ ਸ਼ਿਕਾਰੀ ਦੇ ਘੁਰ ਦੀ ਆਵਾਜ਼ ਸੁਣੀ, ਉਹਨੇ ਘੁਰਨੇ 'ਚੋਂ ਕੱਢ ਕੇ ਮਾਰ ਦਿੱਤਾ। ਇਹ ਸਭ ਕੁਝ ਯੁਵਰਾਜ ਨੇ ਜਦੋਂ ਦੇਖਿਆ, ਉਹ ਖਿੜਖਿੜ ਕਰਕੇ ਹੱਸ ਪਿਆ ਉੱਚੇ ਉੱਚੇ। ਰਾਜਾ ਕਹਿੰਦਾ ਸ਼ੁਕਰ ਹੈ, ਕਹਿੰਦਾ ਪੁੱਤਰ ਵੈਦਾਂ ਦੇ ਯਤਨ 'ਤੇ ਨਹੀਂ ਬੋਲਿਆ, ਕਹਿੰਦੇ ਅੱਜ ਤੂੰ ਖਿੜਖਿੜ ਕਰਕੇ ਹੱਸਿਆ। ਕਹਿੰਦਾ ਪਿਤਾ ਜੀ ਅਸਲ ਵਿੱਚ ਮੈਂ ਤੇਰਾ ਪੁੱਤਰ ਨਹੀਂ ਹਾਂ। ਕਿਉਂ? ਇਹ ਕਿਆ ਬਾਤ ਕਹਿ ਦਿੱਤੀ? ਕਹਿੰਦਾ ਜੀ ਮੈਂ ਤਾਂ ਉਹੀ ਹਾਂ ਜਿਹਦੇ ਕੋਲੋਂ ਤੁਸੀਂ ਵਰ ਲੈ ਕੇ ਆਏ ਸੀ, ਮੈਂ ਪੁੱਤਰ ਬਣ ਕੇ ਜੰਮਿਆ। ਕਹਿੰਦੇ ਮੈਨੂੰ ਹਾਸਾ ਇਸ ਕਰਕੇ ਆ ਗਿਆ ਵੀ ਬੋਲਣ ਕਰਕੇ ਮੈਂ ਇੱਥੇ ਰਾਜੇ ਦਾ ਪੁੱਤ ਬਣਿਆ ਫਿਰਦਾ। ਕਹਿੰਦੇ ਆ ਸਾਹਾ ਜੇ ਨਾ ਬੋਲਦਾ ਚੰਗਾ ਭਲਾ ਬਚ ਗਿਆ ਸੀ, ਕਹਿੰਦੇ ਹੁਣ ਸ਼ਿਕਾਰੀਆਂ ਨੇ ਮਾਰ ਲਿਆ। ਬੋਲਣ ਕਾਜ ਵਿਗਾੜਿਆ ਜੋ ਮੋਲੀ ਪੱਤਾ। ਇਸ ਕਰਕੇ ਫਿਰ ਬੋਲਣ ਦੇ ਵਿੱਚ ਵੀ ਜਿਹੜਾ ਹੈ ਨਾ ਜ਼ੋਰ ਨਹੀਂ ਹੈ। ਹੁਣ ਰਾਜੇ ਦਾ ਪੁੱਤਰ ਬੋਲਣਾ ਨਹੀਂ ਸੀ ਚਾਹੁੰਦਾ, ਸਾਹੇ ਨੂੰ ਦੇਖ ਕੇ ਖਿੜਖਿੜ ਕਰਕੇ ਹੱਸ ਪਿਆ, ਬੋਲਿਆ ਗਿਆ। ਇਹਦੇ ਵਿੱਚ ਵੀ ਜ਼ੋਰ ਨਹੀਂ, ਤਾਕਤ ਨਹੀਂ ਹੈ। ਚੁੱਪ ਰਹਿਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ, ਬੋਲਣਾ ਕਿਸੇ ਦੇ ਵੱਸ ਨਹੀਂ। ਜ਼ੋਰ ਨਾ ਆਖਣ, ਇਹ ਆਖਣ ਦੇ ਵਿੱਚ ਵੀ ਜ਼ੋਰ ਨਹੀਂ, ਚੁੱਪ ਹੈ ਨਾ ਜ਼ੋਰ, ਚੁੱਪ ਕਰਨ ਵਿੱਚ ਵੀ ਜ਼ੋਰ ਨਹੀਂ। ਅਤੇ ਬਹੁਤ ਸਾਰੇ ਲੋਕ ਬਕ ਕਰਦੇ ਰਹਿੰਦੇ, ਉਹਨਾਂ ਨੂੰ ਮੂਰਖ ਕਿਹਾ ਜਾਂਦਾ, ਜਿਹੜਾ ਬਹੁਤਾ ਚੁੱਪ ਰਹਿਣਾ ਚੰਗਾ ਨਹੀਂ, ਪਰ ਬਹੁਤਾ ਬਕ ਕਰਨ ਨਾਲੋਂ ਚੁੱਪ ਕਰਨਾ ਚੰਗਾ ਹੈ। ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਨਾਨਕ ਬੋਲਣ ਚਖਣਾ, ਦੁੱਖ ਛੱਡ ਮੰਗੀ ਹੈ ਸੁੱਖ, ਸੁੱਖ ਦੁੱਖ ਦੋਇ ਦਰ ਕੱਪੜੇ ਪਹਿਰੇ ਜਾਏ ਮਨੁੱਖ। ਜਿੱਥੇ ਬੋਲਣ ਹਾਰੀਏ ਤਿੱਥੇ ਚੰਗੀ ਚੁੱਪ। ਇਸ ਤਰ੍ਹਾਂ ਗੋਰਖਨਾਥ ਨੇ ਇੱਕ ਵਾਰੀ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ, ਗੋਰਖ ਆਖੇ ਨਾਨਕਾ ਵਿੱਚ ਦੁਨੀਆ ਕਿਉਂ ਕਰ ਰਹੀ ਹੈ? ਕਿ ਇਹ ਗੁਰੂ ਨਾਨਕ ਸਾਹਿਬ ਇਹ ਦੱਸੋ ਵੀ ਦੁਨੀਆ 'ਚ ਕਿਵੇਂ ਰਹਿਣਾ ਚਾਹੀਦਾ? ਤੁਹਾਡਾ ਤਜਰਬਾ ਸਾਡੇ ਨਾਲੋਂ ਸਿੱਧਾ ਨਾਲੋਂ ਜ਼ਿਆਦਾ ਵੱਡਾ ਹੈ। ਮਹਾਰਾਜ ਸਾਹਿਬ ਕਹਿੰਦੇ ਅੱਖੀਂ ਵੇਖੇ ਕੰਨੀ ਸੁਣੀਆਂ, ਜੀਵਾ ਮੂਲ ਨਾ ਕਹੀਏ। ਅੱਖਾਂ ਨਾਲ ਦੇਖੋ, ਕੰਨਾਂ ਨਾਲ ਸੁਣੋ, ਪਰ ਜੀਭ ਨਾਲ ਬੋਲੋ ਉਨਾ ਕਿ ਜਿੰਨੇ ਦੇ ਨਾਲ ਕਾਜ ਨਾ ਵਿਗੜ ਜਾਏ। ਮਨਸੂਰ ਸੂਲੀ 'ਤੇ ਚੜ੍ਹਨ ਲੱਗਿਆ, ਉਹਦਾ ਮਿੱਤਰ ਕਹਿੰਦਾ ਸਭ ਤੇ ਭਲੀ ਚੁੱਪ, ਚੁੱਪ ਵਿੱਚ 100 ਪੜਦਾ। ਜੇ ਮਨਸੂਰ ਨਾ ਬੋਲਦਾ ਕਿਉਂ ਸੂਲੀ ਚੜ੍ਹਦਾ? ਬੋਲਣ ਕਰਕੇ ਸੂਲੀ ਚੜ੍ਹਿਆ, ਬੋਲਣ ਕਰਕੇ ਸਾਹਾ ਮਾਰਿਆ ਗਿਆ, ਬੋਲਣ ਕਰਕੇ ਰਾਜੇ ਦਾ ਪੁੱਤਰ ਇੱਕ ਸੰਤ ਨੂੰ ਬਣਨਾ ਪੈ ਗਿਆ, ਪਰ ਵਸ ਨਹੀਂ ਹੈ। ਸੋ ਇਸ ਕਰਕੇ ਜਬ ਲਗ ਦੁਨੀਆ ਰਹੀ ਹੈ, ਨਾਨਕ ਕੋਈ ਸੁਣੀਆ ਕੋਈ ਸਹੀ ਹੈ, ਪਰ ਬੋਲਣਾ ਸੀਮਤ, ਬਹੁਤ ਨਾ ਹੀ ਬੋਲਣਾ। ਬਿਲਕੁਲ ਗੂੰਗੇ ਵੀ ਨਹੀਂ ਹੋਣਾ, ਪਰ ਬੋਲਣਾ ਗੁਰਮਤਿ ਅਨੁਸਾਰ ਬੋਲਣਾ। ਮਹਾਂਪੁਰਖ ਨਸਲਪੁਰ ਵਾਲੇ ਸੰਤ ਬਾਬਾ ਅਜੀਤ ਸਿੰਘ ਜੀ ਕਹਿੰਦੇ ਬੋਲਣਾ ਬੁਲਾਉਣਾ, ਖਾਣਾ ਪੀਣਾ ਤੇ ਇਹ ਭਾਈ ਗੁਰਮਤਿ ਅਨੁਸਾਰ ਕਰ ਲਓ। ਤੋ ਇਸ ਕਰਕੇ ਹੁਣ ਅੱਗੇ ਦੱਸਦੇ ਹਨ, ਪਰ ਜੀਵ ਹੈ ਪਤੰਤਰ ਸੁਤੰਤਰ ਨਹੀਂ ਹੈ। ਜ਼ੋਰ ਨਾ ਮੰਗਣ ਦੇਣ ਨਾ ਜ਼ੋਰ। ਕਿਸੇ ਤੋਂ ਜੀਵ ਦੇ ਵਿੱਚ ਮੰਗਣ ਦਾ ਵੀ ਜ਼ੋਰ ਨਹੀਂ ਹੈ। ਜੇ ਕੋਈ ਚੀਜ਼ ਮੰਗੇ, ਇਹਦੇ ਵਿੱਚ ਕਿਹੜਾ ਕੋਈ ਜ਼ੋਰ ਹੈ? ਮੰਗੀ ਜਾਵੇ, ਕੀ ਹੋ ਜਾਊਗਾ ਮੰਗਣ ਨਾਲ? ਕਈ ਵਾਰੀ ਮੰਗਣ ਵਾਲਾ ਆਪਣੀ ਹੈਸੀਅਤ ਤੋਂ ਵੱਧ ਮੰਗ ਬੈਠਦਾ ਹੈ। ਰੱਬ ਦੇ ਕੋਲੋਂ ਰਾਜ ਮੰਗੀ ਜਾਵੇ, ਕੋਈ ਸੋਨਾ ਰੂੜੀਆਂ ਤੇ ਸੁਪਨੇ ਤਾਜ ਮਹਿਲ ਦੇ ਸਵਰਗ ਮੰਗੇ, ਐਂ ਥੋੜ੍ਹੀ ਮਿਲਦਾ ਹੈ। ਅਤੇ ਕਈ ਵਾਰੀ ਉਹ ਤੋਂ ਵਿਪਰੀਤ ਮੰਗ ਕੇ ਆਪਣਾ ਕੰਮ ਵੀ ਵਿਗਾੜ ਲੈਂਦਾ। ਇਹਦੇ 'ਤੇ ਵੀ ਇੱਕੋ ਵਿਚਾਰ ਆਉਂਦੀ ਆ ਵੀ ਇੱਕ ਗੁੱਜਰ ਸੀ, ਗਾਵਾਂ ਮੱਝਾਂ, ਅਤੇ ਉਹਨਾਂ ਨੂੰ ਚਰਾਂਦਾ ਹੁੰਦੀਆਂ ਸੀ, ਚਾਰ ਕੇ ਦੁੱਧ ਵੇਚਣਾ, ਦੁੱਧ ਵੇਚ ਕੇ ਗੁਜ਼ਾਰਾ ਕਰਨਾ। ਇੱਕ ਦਿਨ ਕਿਤੇ ਰਾਜਾ ਸ਼ਿਕਾਰ ਚੜ੍ਹਿਆ, ਇਕੱਲੇ ਹੀ ਸ਼ਿਕਾਰ ਦੇ ਮਗਰ ਗਿਆ, ਅਤੇ ਪਿਆਸ ਲੱਗੀ, ਗਰੀਖ ਰੁੱਤ ਸੀ, ਪ੍ਰਾਣ ਨਿਕਲਦੇ ਜਾਣ। ਉਹਨੇ ਦੇਖਿਆ ਕੋਈ ਗੁੱਜਰ ਗਾਵਾਂ ਮੱਝਾਂ ਚਰਦਾ। ਉਹਨੇ ਕਿਹਾ ਭਾਈ ਪਾਣੀ ਹੈ ਤੇਰੇ ਕੋਲ? ਕਹਿੰਦਾ ਹਾਂਜੀ ਹੈਗਾ। ਉਹਨੇ ਪਾਣੀ ਪਿਆ ਦਿੱਤਾ। ਉਹ ਕਹਿੰਦਾ ਵੀ ਮੈਂ ਰਾਜਾ, ਸਲਤਨਤ ਦਾ ਬਾਦਸ਼ਾਹ,
ਵੀ ਤੈਨੂੰ ਕਿਤੇ ਲੋੜ ਪੈ ਗਈ ਤੂੰ ਮੇਰੇ ਆ ਜੀ, ਤੈਨੂੰ ਮੈਂ ਇਹਦਾ ਮੁੱਲ ਮੋੜੂੰਗਾ ਜਿਹੜਾ ਤੈਨੂੰ ਮੈਨੂੰ ਪਾਣੀ ਪਿਆਇਆ, ਸੈਂਕੜੇ ਗੁਣਾ ਵੱਧ ਮੋੜੂੰਗਾ ਮੈਂ ਰਾਜਾ। ਕਹਿੰਦਾ ਜੀ ਠੀਕ ਹੈ। ਉਧਰ ਕਾਲ ਪੈ ਗਿਆ, ਕੱਖ ਪੱਠਾ ਖਤਮ ਹੋ ਗਿਆ, ਗਾਵਾਂ ਮੱਝਾਂ ਦੁੱਧ ਕਿਵੇਂ ਦੇਣ, ਘਰ ਵਾਲੀ ਲੜੇ ਕੁਛ ਕਰ, ਕਹਿੰਦਾ ਮੈਂ ਰਾਜੇ ਦੇ ਜਾਣਾ, ਚਲਿਆ ਗਿਆ। ਦਰਬਾਨਚੀ ਨੂੰ ਕਹਿੰਦਾ ਵੀ ਦੱਸ ਦੇ ਵੀ ਜਿਹਨੇ ਪਾਣੀ ਪਿਆਇਆ ਸੀ ਉਹ ਆਇਆ ਹੈ। ਰਾਜਾ ਕਹਿੰਦਾ ਵੀ ਲਿਆਓ ਜਲਦੀ। ਦਰਬਾਰ ਲੱਗਿਆ, ਵਜ਼ੀਰ ਬੈਠੇ, ਅਮੀਰ ਬੈਠੇ, ਖਚਾ ਖਚ ਕਚਹਿਰੀ ਭਰੀ। ਕਹਿੰਦੇ ਹਾਂ ਵੀ ਗੁੱਜਰ ਤਾਂ ਮੈਨੂੰ ਪਾਣੀ ਪਿਆ ਸੀ, ਮੰਗ ਲੈ ਜਿਹੜਾ ਕੋ ਮੰਗਣਾ। ਕਹਿੰਦਾ ਬਾਦਸ਼ਾਹ ਕਾਲ ਪੈ ਗਿਆ, ਕੱਖ ਪੱਠਾ ਹੈ ਨਹੀਂ, ਤੇ ਮੈਨੂੰ ਜੇ ਕਿਤੇ 100 ਪੰਡਾਂ ਤੂੜੀ ਦੀਆਂ ਦੇ ਦੇਵੇਂ। ਰਾਜਾ ਕਹਿੰਦਾ ਓਏ ਮੂਰਖਾ, ਜਿਹੜਾ ਮੇਰੇ ਨੌਕਰਾਂ ਦੇ ਨੌਕਰ ਵੀ ਦੇ ਸਕਦੇ ਤੂੰ ਉਹ ਕੁਛ ਮੰਗਿਆ? ਤੂੰ ਮੰਗਣ ਲੱਗੇ ਸ਼ਰਮ ਨਹੀਂ ਕੀਤੀ? ਮੇਰੀ ਹੈਸੀਅਤ ਨਹੀਂ ਦੇਖੀ ਵੀ ਮੈਂ ਬਾਦਸ਼ਾਹ ਦੇ ਕੋਲ ਤੂੜੀ ਦੀਆਂ ਪੰਗਾਂ ਮੰਨੀ ਦੀਆਂ? ਜਾਓ ਕਹਿੰਦੇ ਦੇ ਉਹਨੂੰ ਤੂੜੀ। ਗੁੱਸੇ ਹੋ ਗਿਆ ਤੇ ਜਾਣ ਲੱਗੇ ਨੂੰ ਕਹਿੰਦਾ ਉਹ ਰੁਕ ਜਰਾ। ਕਹਿੰਦਾ ਹਾਂ ਜੀ। ਕਹਿੰਦਾ ਇੱਕ ਵਾਰੀ ਮੌਕਾ ਦੇਣਾ, ਦੁਬਾਰੇ ਫੇਰ ਮੰਗ ਲਈ, ਤੈਨੂੰ ਮੰਗਣਾ ਨਹੀਂ ਆਇਆ। ਕਹਿੰਦਾ ਜੀ ਠੀਕ ਹੈ, ਮੰਗ ਲੂੰਗਾ। ਕਾਲ ਲੰਮਾ ਹੋ ਗਿਆ ਤੇ ਅੰਨਦਾਣਾ ਵੀ ਖਤਮ ਹੋ ਗਿਆ, ਭੁੱਖੇ ਮਰਨ ਲੱਗੇ। ਘਰ ਵਾਲੀ ਕਹਿੰਦੀ ਹੁਣ ਜਾ ਕੇ ਤੈਨੂੰ ਇੱਕ ਮੌਕਾ ਕਹਿੰਦਾ ਸੀ ਵੀ ਤੂੰ ਦਿੱਤਾ ਹੈ। ਫੇਰ ਚਲਿਆ ਗਿਆ ਜਾ ਕੇ ਬਾਦਸ਼ਾਹ ਦੇ ਕੋਲ। ਉਹ ਕਹਿੰਦਾ ਹਾਂ ਵੀ ਦੱਸ। ਕਹਿੰਦਾ ਜੀ ਹੁਣ ਮੈਂ ਤੁਹਾਡੀ ਹੈਸੀਅਤ ਦੇ ਅਨੁਸਾਰ ਹੀ ਮੰਗੂੰਗਾ। ਕਹਿੰਦੇ ਠੀਕ ਹੈ, ਕੀ ਮੰਗਣਾ? ਕਹਿੰਦਾ ਰਾਜ ਦਾ ਤਖਤ ਮੈਨੂੰ ਦੇ ਦਿਓ, ਫੌਜਾਂ ਮੇਰੇ ਹਵਾਲੇ ਕਰ ਦਿਓ, ਰਾਜ ਸਾਰਾ ਕੁਝ ਤੁਸੀਂ ਹੁਣ ਆਪਣਾ ਭਜਨ ਬਾਣੀ ਕਰੋ ਤੇ ਮੈਂ ਕਰੂੰਗਾ ਰਾਜ। ਬਾਦਸ਼ਾਹ ਕਹਿੰਦਾ ਵੀ ਚਾਹੀਦਾ ਤਾਂ ਇਹ ਸੀ ਮੈਂ ਤੇਰੇ ਹੱਥਕੜੀ ਲਾ ਦਿੰਦਾ, ਤੈਨੂੰ ਸੁੱਟਦਾ ਜੇਲ੍ਹ 'ਚ। ਕਹਿੰਦੇ ਜੀ ਤੁਸੀਂ ਕਿਹਾ ਤੁਹਾਡੀ ਹੈਸੀਅਤ ਅਨੁਸਾਰ ਮੰਗਿਆ। ਕਹਿੰਦੇ ਮੂਰਖਾ, ਪਹਿਲਾਂ ਮੰਗਣ ਲੱਗੇ ਤਾਂ ਆਪਣੀ ਹੈਸੀਅਤ ਨਹੀਂ ਦੇਖੀ, ਮੇਰੀ ਹੈਸੀਅਤ ਨਹੀਂ ਦੇਖੀ, ਉਹਦਾ ਖਿਆਲ ਨਹੀਂ ਰੱਖਿਆ ਵੀ ਮੈਂ ਬਾਦਸ਼ਾਹ, ਤੇ ਹੁਣ ਮੰਗਣ ਲੱਗੇ ਤੂੰ ਆਪਣੀ ਹੈਸੀਅਤ ਨਹੀਂ ਦੇਖੀ। ਤੂੰ ਰਾਜ ਕਰ ਲੇਗਾ ਮੂਰਖ ਗਵਾਰ, ਤੈਨੂੰ ਰਾਜ ਕਰਨ ਦਾ ਕੀ ਪਤਾ, ਗਾਵਾਂ ਮੱਝਾਂ ਚਾਰਨ ਦਾ ਪਤਾ ਤੈਨੂੰ। ਹੁਣ ਮੰਗਣ ਗਿਆ ਸੀ, ਜ਼ੋਰ ਨਾ ਮੰਗਣ, ਇਹਦੇ 'ਚ ਵੀ ਕੋਈ ਤਾਕਤ ਨਹੀਂ, ਮਤਲਬ ਮੰਗੇ ਨਹੀਂ ਹੋਇਆ। ਕੀ ਮੰਗਿਆ ਉਹਦੇ ਕੋਲੋਂ? ਪਹਿਲਾਂ ਤੂੜੀ ਮੰਗ ਲਈ, ਫਿਰ ਰਾਜੇ ਮੰਗ ਲਏ। ਇਸ ਕਰਕੇ ਜ਼ੋਰ ਨਾ ਮੰਗਣ, ਇਹਦੇ 'ਚ ਕੋਈ ਜ਼ੋਰ ਤਾਕਤ ਨਹੀਂ ਹੈ। ਉਹ ਜਾਂਦੇ ਜਾਂਦੇ ਰਾਜਾ ਕਹਿੰਦਾ ਓਏ ਤੂੰ ਤਾਂ ਹੈ ਜਿਹਾ ਜਿਹਾ ਹੈ, ਫਿਰ ਵੀ ਤੈਨੂੰ ਪਾਣੀ ਪਿਆਇਆ ਸੀ ਤੇ ਜਾ ਤੈਨੂੰ ਉਹਨੂੰ ਧਨ ਪਦਾਰਥ ਦੇ ਕੇ ਮਾਲੋ ਮਾਲ ਕਰ ਦਿੱਤਾ। ਤੋ ਇਸ ਕਰਕੇ ਜ਼ੋਰ ਨਾ ਮੰਗਣ, ਦੇਣ ਨਾ ਜ਼ੋਰ। ਦੇਣ ਦੇ ਵਿੱਚ ਵੀ ਕੋਈ ਤਾਕਤ ਜ਼ੋਰ ਆਪਣਾ ਕੰਮ ਨਹੀਂ ਕਰਦਾ ਹੈ। ਪਦਾਰਥ ਦੇਣਾ ਚਾਹੁੰਦਾ ਹੈ ਪਰ ਦਿੱਤਾ ਨਹੀਂ ਜਾਂਦਾ ਹੈ। ਤੇ ਮੰਗਣ ਦੇ ਵਾਸਤੇ ਕਿਆ ਮੰਗੋ ਕਿ ਸਥਿਰ ਨਾ ਰਹਾਈ। ਮੰਗਣਾ ਕੀ ਚਾਹੀਦਾ? ਪਰਮੇਸ਼ਰ ਦਾ ਨਾਮ ਭਾਈ। ਮੰਗਣਾ ਮੰਗਣ ਨੀਕਾ, ਹਰ ਜਸ ਗੁਰ ਤੇ ਮੰਗਣਾ। ਹੋਰ ਤਾਂ ਮੰਗਣੇ ਨਹੀਂ ਚਾਹੀਦਾ ਕੁਛ, ਇਹ ਅਨਿਸ਼ਟ ਪਦਾਰਥ ਸਾਰੇ। ਤੇ ਇਹਦੇ 'ਚ ਕਿਹਾ ਵੀ ਦੇਣ ਨਾ ਜ਼ੋਰ। ਜੇ ਮੰਗਣਾ ਹੋਵੇ ਤਾਂ ਆਹ ਮੰਗਣਾ, ਇਹ ਗੁਰੂ ਨੇ ਤਰੀਕਾ ਦੱਸਿਆ ਹੈ। ਜੇ ਮੰਗਣਾ ਤਾਂ ਆਹ ਕੁਛ ਮੰਗੋ। ਦੇਣ ਨਾ ਜ਼ੋਰ, ਵਸਤੂ ਦੇ ਦੇਣ ਵਿੱਚ, ਦਾਨ ਦੇਣ ਦੇ ਵਿੱਚ ਵੀ ਜੀਵ ਦਾ ਜ਼ੋਰ ਬਲ ਨਹੀਂ ਹੈ। ਮਨੁੱਖ ਬਹੁਤ ਸਾਰੇ ਕੋਸ਼ਿਸ਼ ਕਰਦੇ ਹੈ ਪਰ ਪ੍ਰਭੂ ਦੇ ਹੁਕਮ ਅਨੁਸਾਰ ਹੀ ਹੁੰਦਾ ਹੈ। ਵੱਡਾ ਰਾਜਾ ਦਾਨੀਆਂ ਦੇ ਵਿੱਚ ਹਰੀਚੰਦ ਹੋਇਆ, 18 ਭਾਰ ਸੋਨਾ ਦਾਨ ਕਰਦਾ ਸੀ, 3260 ਤੋਲੇ ਬਣਦੇ ਨੇ ਰੋਜ਼। ਇਹਨਾਂ ਦਾਨ ਕਰਕੇ ਫਿਰ ਰੋਟੀ ਖਾਂਦਾ ਸੀ। ਇਸ ਪ੍ਰਕਾਰ ਇਹਦੇ ਦਾਨ ਦੀ ਪ੍ਰਥਾ ਹੈ। ਤੇ ਜਿਸ ਵੇਲੇ ਭਾਣਾ ਵਰਤਿਆ ਤੇ ਕਾਂਸੀ ਦੇ ਵਿੱਚ ਜਾ ਕੇ ਵਿਕਣਾ ਪਿਆ, 18 ਭਾਰ ਦਾਨ ਪੂਰੇ ਨਹੀਂ ਕਰ ਸਕਿਆ। ਇੱਕ ਭਾਰ 3260 ਤੋਲੇ ਦਾ ਹੁੰਦਾ। ਇਹ ਰੋਜ਼ 18 ਭਾਰ ਸੋਨਾ ਦਾਨ ਕਰਦਾ ਸੀ। ਕਾਂਸੀ ਵਿੱਚ ਆਦਮ ਫਰੋਸ ਮੰਡੀ ਵਿੱਚ ਜਾ ਕੇ ਵਿਕਿਆ। ਸੋਨੇ ਦਾ ਦਾਨ ਪੂਰਾ ਨਹੀਂ ਸੀ ਕਰ ਸਕਿਆ। ਵਿਸ਼ਵਾਮਿੱਤਰ ਨੇ ਇਹੋ ਜਿਹਾ ਇਹਦੇ ਨਾਲ, ਉਹ ਬੜੀਆਂ ਲੰਮੀਆਂ ਅਖੈਣਾਂ। ਗੁਰੂ ਨਾਨਕ ਸਾਹਿਬ ਨੇ ਇਹਦਾ ਪ੍ਰਮਾਣ ਦਿੱਤਾ ਹੈ। ਕਹਿੰਦੇ ਤਿੰਨ ਹਰੀਚੰਦ ਪ੍ਰਿਥਵੀ ਪਤ ਰਾਜੇ, ਕਾਗਦ ਕੀਮ ਨਾ ਪਾਈ। ਔਗਣ ਜਾਣੇ ਤਾਂ ਪੁੰਨ ਕਰੇ ਕਿਉਂ ਨਖੈਸ ਵਿਕਾਈ, ਕਿਉਂ ਜਾ ਕੇ ਵਿਕਦਾ ਉੱਥੇ। ਹਰੀਚੰਦ ਦਾਨ ਕਰੇ ਜਸ ਲੇਬੈ, ਬਿਨ ਗੁਰ ਅੰਤ ਨਾ ਪਾਏ ਅਭੇਬੈ। ਆਪ ਭੁਲਾਏ ਆਪੇ ਮਤ ਦੇਵੈ। ਇਸੇ ਪ੍ਰਕਾਰ ਜਿਹੜੇ ਕੌਰਵਾਂ ਤੇ ਪਾਂਡਵਾਂ ਦਾ ਆਪਸ ਵਿੱਚ ਹੀ ਬਹੁਤ ਭਾਰੀ ਵਿਵਾਦ ਹੋਇਆ ਤੇ ਸ਼ਕਨੀ ਜਿਹੜਾ ਸੀ ਦੁਰਯੋਧਨ ਦਾ ਮਾਮਾ ਸੀ, ਇਹ ਰਲ ਕੇ ਮਾਮੇ ਭਾਣਜੇ ਨੇ ਕਪਟ ਦਾ ਜੂਆ ਖੇਲਿਆ ਤੇ ਉਹ ਪਾਂਡਵਾਂ ਨੂੰ ਵਿਚਾਰਿਆਂ ਨੂੰ ਹਰਾ ਦਿੱਤਾ। ਦ੍ਰੋਪਤਾ ਨਗਨ ਹੋਣ ਤੱਕ ਦੀਆਂ ਗੱਲਾਂ ਹੋਈਆਂ ਪਰ ਭਗਵਾਨ ਨੇ ਨਗਨ ਨਹੀਂ ਹੋਣ ਦਿੱਤੀ। ਲੰਮੇ ਅਖੈਣ ਅਖੀਰ ਦੇ ਵਿੱਚ ਪਾਂਡਵ ਜਿਹੜੇ ਸੀ ਬਨਵਾਸ ਜਾਣਾ ਪਿਆ। ਭਗਵਾਨ ਕ੍ਰਿਸ਼ਨ ਜੀ
ਜਦੋਂ ਬਨਵਾਸ ਪੂਰਾ ਕਰਕੇ ਵਾਪਸ ਆ ਗਏ, ਚਾਹੀਦਾ ਤਾਂ ਸੀ ਧਿਰਤਰਾਸ਼ਟਰ ਨੂੰ ਰਾਜ ਵਾਪਸ ਕਰਦਾ, ਪਰ ਰਾਜ ਦਾ ਮੋਹ ਐਸਾ, ਪੁੱਤਰ ਦਾ ਮੋਹ ਐਸਾ ਹੈ। ਭਗਵਾਨ ਕ੍ਰਿਸ਼ਨ ਨੇ ਕਿਹਾ ਵੀ ਜੇ ਲੜਾਈ ਟਲ ਜਾ ਚੰਗੀ। ਉਹ ਸ਼ਾਂਤੀ ਦੂਤ ਬਣ ਕੇ ਗਏ। ਦੁਰਯੋਧਨ ਕਹਿਣ ਲੱਗਿਆ ਮੈਂ ਕੋਈ ਚੀਜ਼ ਨਹੀਂ ਦੇਣੀ। ਭਗਵਾਨ ਜੀ ਕਹਿੰਦੇ ਵੀ ਮੈਂ ਅਖੀਰ ਦੀ ਗੱਲ ਕਰਨ ਲੱਗਾ, ਮੈਂ ਸ਼ਾਂਤੀ ਦੂਤ ਬਣ ਕੇ ਆਇਆ। ਕਹਿੰਦਾ 5 ਪਿੰਡ ਅਖੀਰ ਦੀ ਗੱਲ ਕਰਨ ਲੱਗੇ ਆ, ਚਾਹੀਦਾ ਹੈ ਤਾਂ ਹੱਕਦਾਰ ਸਾਰੇ ਰਾਜ ਦੇ ਨੂੰ, ਅੱਧਾ ਰਾਜ ਚਾਹੀਦਾ ਸੀ ਤੇਰੇ ਭਰਾ ਨੂੰ, ਪਰ ਤੂੰ 5 ਪਿੰਡ ਦੇ ਦੇ, ਇੱਕ ਇੱਕ ਪਿੰਡ ਦੇ ਨਾਲ 5 ਭਰਾ ਗੁਜ਼ਾਰਾ ਕਰ ਲੈਣਗੇ। ਮੈਂ ਸਮਝਾ ਲੂੰ ਆਪਣੀ ਬੂਆ ਦੇ ਪੁੱਤਾਂ ਨੂੰ ਵੀ ਸਬਰ ਕਰ ਲਓ ਤੁਸੀਂ। ਦੁਰਯੋਧਨ ਹੰਕਾਰ ਵਿੱਚ ਆ ਕੇ ਕਹਿੰਦਾ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦਿੰਦਾ, ਕਹਿੰਦਾ ਲੜਕੇ ਚਾਹੇ ਸਾਰੇ ਹੀ ਸਾਂਭ ਲੈਣ, ਦੇਣ ਨਾ ਜ਼ੋਰ, ਦੇਣ ਦੇ ਵਿੱਚ ਵੀ ਤਾਕਤ ਹੈ ਨਹੀਂ। ਤੇ 18 ਖੂਣੀਆਂ ਤਾਂ ਨਾਸ ਕਰਾ ਲੀਆਂ ਸਮੇਤ ਆਪਣੇ 199 ਭਰਾ ਸੀ, ਇੱਕ ਆਪ ਸੀ, 100 ਮਰੇ, ਪਰ ਫਿਰ ਦੇਣ ਨਾ ਜ਼ੋਰ। ਇਹਦੇ ਵਿੱਚ ਤਾਕਤ ਨੇ ਕੰਮ ਨਾ ਕਰਿਆ। ਐਡਾ ਬੜਾ ਜੰਗ ਹੋ ਗਿਆ ਹੈ। ਜੋਰ ਨਾ ਜੀਵਨ ਮਰਨ ਨ ਜੋਰ। ਜਿਉਣ ਦੇ ਵਿੱਚ ਵੀ ਕਿਸੇ ਦਾ ਜ਼ੋਰ ਬਲ ਨਹੀਂ ਹੈ। ਇਸ ਕਰਕੇ ਮਨੁੱਖ ਜਿਹੜਾ ਨਾ ਮੌਤ ਨੂੰ ਵੱਧ ਤੋਂ ਵੱਧ ਟਾਲਣਾ ਚਾਹੁੰਦਾ, ਜਿਉਂਦਾ ਰਹਿਣਾ ਚਾਹੁੰਦਾ, ਪਰ ਜਿਉਣ ਦੇ ਵਿੱਚ ਆਪਣਾ ਕੋਈ ਜ਼ੋਰ ਬਲ ਨਹੀਂ ਚੱਲਦਾ ਹੈ। ਕਿਉਂ? ਰੱਬੀ ਹੁਕਮ ਅਨੁਸਾਰ ਜਦੋਂ ਮੌਤ ਨੇ ਆਉਣਾ, ਉਹਨੇ ਆ ਹੀ ਜਾਣਾ। ਲੱਖਾਂ ਯਤਨ ਕਰੇ ਉਹਨੇ ਤਾਂ ਵੀ ਆ ਜਾਣਾ। ਜ਼ੋਰ ਨਾ ਜੀਵਨ। ਤੇ ਉਹਦੇ ਵਿੱਚ ਹੁਣ ਕੰਸ ਦੇ ਹੀ ਲਓ, ਹਰਨਾਕਸ਼ ਦਾ ਲਓ ਤੁਸੀਂ। ਹਰਨਾਕਸ਼ ਨੇ 12 ਬਰ ਲਏ ਹੋਏ ਸੀ, ਨਾ ਅੰਦਰ ਮਰਾਂ ਨਾ ਬਾਹਰ ਮਰਾਂ, ਨਾ ਸ਼ਸਤਰ ਨਾਲ ਮਰਾਂ ਨਾ ਅਸਤਰ ਨਾਲ ਮਰਾਂ। ਕੀ ਫਿਰ ਜਿਉਂਦਾ ਰਹਿ ਗਿਆ 12 ਬਰਾਂ ਵਾਲਾ? ਤੇ ਰਾਵਣ ਨੇ ਕਾਲ ਨੂੰ ਪਾਵੇ ਨਾਲ ਬੰਨਿਆ, ਕੀ ਫਿਰ ਮਰਿਆ ਨਹੀਂ ਹੈ? ਜਿਹੜਾ ਕਹਿੰਦਾ ਸੀ ਮੈਂ ਅਮਰ ਹੋ ਗਿਆ। ਜ਼ੋਰ ਨਾ ਜੀਵਨ, ਆਪਣੀ ਤਾਕਤ ਨਾਲ ਜੀ ਨਹੀਂ ਸਕਦਾ। ਫਿਰ ਕੰਸ ਨੂੰ ਰੱਬ ਭੁੱਲ ਗਿਆ। ਤੇ ਕੰਸ ਨੇ ਜਦੋਂ ਆਪਣੀ ਭੈਣ ਦੇਵਕੀ ਵਾਸੁਦੇਵ ਦੇ ਨਾਲ ਵਿਆਹੀ, ਜਿਹੜੇ ਭਗਵਾਨ ਕ੍ਰਿਸ਼ਨ ਦੇ ਮਾਤਾ ਪਿਤਾ ਸੀ, ਬਹੁਤ ਪਿਆਰ ਕਰਦਾ ਸੀ ਆਪਣੀ ਭੈਣ ਨੂੰ, ਚਹੇਤੀ ਭਰਾ ਭੈਣ ਕਹਿੰਦਾ ਸੀ। ਤੇ ਜਿਸ ਵੇਲੇ ਵਿਦਾ ਕਰਨ ਲੱਗਿਆ, ਕਹਿੰਦਾ ਆਪ ਸਾਰਥੀ ਬਣ ਕੇ ਜਾਉ। ਆਕਾਸ਼ਬਾਣੀ ਹੋਈ, ਕੰਸ ਤੇਰਾ ਅੰਤ ਆ ਗਿਆ। ਉਹ ਕਹਿੰਦਾ ਕੌਣ ਹੈ ਤੂੰ? ਆਕਾਸ਼ ਝੂਠ ਬੋਲਦਾ ਹੈ। ਮੈਂ ਝੂਠ ਨਹੀਂ ਬੋਲਦਾ। ਜਿਹੜੀ ਭੈਣ ਨੂੰ ਵਿਦਾ ਕਰ ਚੱਲਿਆ, ਇਹਦੀ ਕੁੱਖ ਤੋਂ ਤੇਰਾ ਕਾਲ ਜੰਮੂਗਾ। ਇਹਦੀ ਕੁੱਖ ਤੋਂ ਜਿਹੜਾ 8ਵਾਂ ਪੁੱਤਰ ਹੋਊਗਾ ਤੇ ਉਹਨੇ ਤੇਰਾ ਕਾਲ ਕਰ ਦੇਣਾ ਹੈ। ਉੱਥੋਂ ਹੀ ਰਥ ਮੋੜ ਲਿਆਂਦਾ। ਮਥੁਰਾ ਜਾ ਕੇ ਅੱਜ ਵੀ ਦੇਖੋ ਉਸੇ ਤਰ੍ਹਾਂ ਕਮਰੇ ਜਿੱਥੇ ਕੈਦ ਕੀਤਾ ਵਾਸੁਦੇਵ ਤੇ ਦੇਵਕੀ ਨੂੰ। ਤੇ 7 ਜਿਹੜੀ ਸੰਤਾਨ 7 ਜੰਮੇ, ਇੱਕ ਇੱਕ ਕਰਕੇ ਮਾਰਦਾ ਰਿਹਾ। ਜੇਲਰ ਨੂੰ ਕਿਹਾ ਹੋਇਆ ਸੀ ਮੈਂ ਛੱਡਣਾ ਨਹੀਂ, ਮਾਰ ਦੇਣੇ। ਸਕੇ ਭਾਣਜਿਆਂ ਨੂੰ ਮਾਰਦਾ ਰਿਹਾ। ਮਾਂ ਭੈਣ ਸਖੀ ਦੀ ਕੁੱਖ ਉਜਾੜ ਦਿੱਤੀ ਇਸ ਬੇਈਮਾਨ ਨੇ। ਤੇ ਫਿਰ ਕੀ ਹੋਇਆ? ਭਗਵਾਨ ਕ੍ਰਿਸ਼ਨ ਜੀ ਜੰਮੇ ਵੀ, ਪੈਦਾ ਹੋ ਕੇ ਗੋਕਲ ਦੇ ਵਿੱਚ ਪਲੇ ਬਾਬੇ ਨੰਦ ਦੇ। ਜਦੋਂ ਪਤਾ ਲੱਗਿਆ ਵੀ ਮੇਰਾ ਦੁਸ਼ਮਣ ਗੋਕਲ ਵਿੱਚ ਚਲਿਆ ਗਿਆ, ਜਿਹੜੀ ਰਾਤ ਨੂੰ ਜਿੰਨੇ ਬੱਚੇ ਗੋਕਲ ਜੰਮੇ ਸਾਰੀ ਮਾਰ ਦਿੱਤੇ। ਪੂਤਨਾ ਭੇਜੀ, ਪੂਤਨਾ ਮਾਰ ਦਿੱਤੀ ਭਗਵਾਨ ਜੀ ਨੇ। ਫਿਰ ਇਹਨੇ ਆਪਣੇ ਦੈਤ ਭੇਜੇ। ਇਹ ਸਾਰਾ ਪ੍ਰਸੰਗ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਸੁੰਦਰ ਤਰੀਕੇ ਨਾਲ ਲਿਖਿਆ ਕਾਵਿ ਰਚਨਾ ਵਿੱਚ। ਤੇ ਉਹਦੇ 'ਚ ਫਿਰ ਕੇਸੀ ਦੈਂਤ ਨੂੰ ਭੇਜਿਆ। ਕ੍ਰਿਸ਼ਨ ਜੀ ਦੇ ਮੂੰਹ ਦੇ ਵਿੱਚ ਹੱਥ ਪਾ ਕੇ ਮਾਰ ਦਿੱਤਾ ਉਸ ਨੂੰ, ਉਹਦੇ ਹਲਕ ਦੇ ਵਿੱਚ। ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਫੇਰ ਸੰਭਾਰ ਤਬੈ ਬਲਬਾਰਿਪ ਤੁੰਡ ਪਸਾਰ ਹਰ ਉਪਰ ਧਾਇਓ। ਭਗਵਾਨ ਤੇ ਆਇਆ ਡਕੇ ਲੋਚਨ ਕਾੜ ਵੱਡੇ ਡਰ ਬਾਬਨ ਕੇ ਦੋ ਜਨ ਕੇ ਨਵ ਲੋਕ ਡਰਾਇਓ। ਸਿਆਮ ਦਿਓ ਤਿਹ ਕੇ ਮੁਖ ਮੈਂ ਕਰ ਤਾਂ ਸ਼ਬ ਕੋ ਮਨ ਮੈਂ ਜਸ ਭਾਇਓ। ਕਾਨ ਕੋ ਹੈ ਕਰ ਕਾਲ ਮਨੋ ਤਨ ਕੇਸੀ ਕੇ ਪ੍ਰਾਨ ਨਿਕਾਸ ਨੇ ਆਇਓ। ਗੁਰੂ ਗੋਬਿੰਦ ਸਿੰਘ ਸਾਹਿਬ ਦੀ ਰਚਨਾ। ਤੋ ਇਸ ਕਰਕੇ ਵੀ ਕੰਸੇ ਕੁਬਲੀਆ ਪੀੜਾ ਹਾਥੀ ਛੜਿਆ। ਕ੍ਰਿਸ਼ਨ ਜੀ ਨੇ ਉਹ ਮਾਰ ਦਿੱਤਾ। ਫਿਰ ਮੁਸ਼ਤ ਤੇ ਚੰਡੂਰ ਪਹਿਲਵਾਨ ਕ੍ਰਿਸ਼ਨ ਜੀ ਨੇ ਮਾਰਨ ਲਈ ਭੇਜੇ। ਉਹ ਕ੍ਰਿਸ਼ਨ ਜੀ ਨੇ ਬਾਲ ਵਿੰਗਾ ਨਹੀਂ ਕਰ ਸਕੇ, ਉਹਨਾਂ ਨੂੰ ਮਾਰ ਦਿੱਤਾ। ਤੋ ਇਸ ਕਰਕੇ ਕ੍ਰਿਸ਼ਨ ਜੀ ਚੰਡੂਰ ਮੱਲ ਨੂੰ ਆਪ ਮਾਰਿਆ। ਜਿਹੜਾ ਬਲਰਾਮ ਸੀ ਬਲਭੱਦਰ, ਤੇ ਉਹਨੇ ਮੁਸ਼ਤ ਦੇ ਨਾਲ ਹੀ ਪਾਰ ਬੁਲਾ ਦਿੱਤਾ। ਮੁਸ਼ਤ ਕੇ ਸਾਥ ਲਰਿਓ ਮੁਸਲੀ ਸੋ ਚੰਡੂਰ ਕੇ ਸਿਆਮ ਜੋ ਯੁੱਧ ਮਚਾਇਓ। ਭੂਮ ਪਰੇ ਰਣ ਕੇ ਗਿਰਸੋ ਹਰ ਜੂ ਮਨ ਪੀਤਰ ਕੋਪ ਬਣਾਇਓ। ਅਖੀਰ ਦੇ ਵਿੱਚ ਫਿਰ ਕ੍ਰਿਸ਼ਨ ਜੀ ਦੇ ਨਾਲ ਸਿੱਧੇ ਯੁੱਧ ਕੰਸ ਦਾ ਹੋਇਆ। ਤਲਵਾਰ ਲੈ ਕੇ ਕ੍ਰਿਸ਼ਨ ਜੀ ਨੂੰ ਮਾਰਨ ਆਇਆ। ਸਕਾ ਮਾਮਾ ਭਾਣਜੇ ਨੂੰ ਵੱਢਣ ਲਈ ਤਲਵਾਰ ਚਲਾਉਂਦਾ ਹੈ। ਕ੍ਰਿਸ਼ਨ ਜੀ ਫੰਦ ਕੇ ਇੱਧਰ ਹੋ ਜਾਂਦੇ ਨੇ, ਕਦੇ ਇੱਧਰ ਹੋ ਜਾਂਦੇ ਨੇ, ਬਚਾਉਂਦੇ ਰਹੇ। ਅਖੀਰ ਨੂੰ ਫਿਰ ਕੇਸਾਂ ਤੋਂ ਫੜ ਲਿਆ।
ਧਰਤੀ ਨੂੰ ਪਟਕਾ ਕੇ ਮਾਰ ਦਿੱਤਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਕੈਸਾ ਇੱਕ ਇੱਕ ਸਵਈਏ 'ਚ ਨਕਸ਼ਾ ਬੰਨ੍ਹਦੇ ਨੇ। ਹਰ ਕੂਦ ਤਰੈ ਰੰਗ ਭੂਮੇ ਤੇ ਨਿਰਪਸੋਥੋ ਜਹਾਂ ਤਹੀਂ ਭਗਤ ਹਾਰਿਓ। ਕੰਸ ਲਈ ਕਰ ਢਾਲ ਸੰਭਾਲ ਕੇ ਕੋ ਪਰਿਓ ਅਸ ਖੈਂਚ ਨਿਕਾਰ। ਅਸ ਕਿਰਪਾਨ ਨੂੰ ਕਹਿੰਦੇ ਨੇ, ਕਿਰਪਾਨ ਕੱਢ ਲਈ। ਅਸ ਖੈਂਚ ਨਿਕਾਰਿਓ। ਦੌਰ ਦਈ ਤਿਹ ਕੇ ਤਨ ਪੈ ਹਰ ਫਾਂਦ ਗਏ ਅਤ ਦਾਵ ਸੰਭਾਰਿਓ। ਕੇਸਨ ਤੇ ਗਹਿ ਕੇ ਰਿਪ ਕੋ ਧਰਨੀ ਪਰ ਕੇ ਬਲ ਤਾਹੇ ਪਛਾਰਿਓ। ਤੈਥੋਂ ਹੀ ਬਲਰਾਮ ਲੈ, ਉਹਦੇ ਵਿੱਚ ਕਿ ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਕਰਾਇਆ। ਇਸ ਤਰ੍ਹਾਂ ਰਾਜੇ ਪ੍ਰੀਸ਼ਤ ਨੇ ਜਿਉਂਦਾ ਰਹਿਣੋਂ, ਕੰਸ ਨੇ ਜਿਉਂਦਾ ਰਹਿਣ ਵਾਸਤੇ ਇੰਨੇ ਯਤਨ ਕੀਤੇ, ਫਿਰ ਵੀ ਮਾਰਿਆ ਗਿਆ। ਰਾਜਾ ਪ੍ਰੀਸ਼ਤ ਸ਼ਰਾਪ ਦਿੱਤਾ ਸ੍ਰੀ ਗਿਰੀਖੀ। ਆ ਮੇਰਠ ਦੇ ਕੋਲ ਜਗ੍ਹਾ ਬਣੀ ਹੋਈ ਹੈ, ਸ਼ੀਸ਼ਿਆਂ ਦਾ ਮਹਿਲ ਬਣਾਇਆ ਵੀ ਮੈਨੂੰ ਸੱਪ ਨੇ ਡੰਗਣਾ, ਅੱਜ ਤੋਂ 7 ਮੈਨੂੰ ਡੰਗਿਆਂ ਮੌਤ ਹੋ ਜਾਣੀ ਹੈ। ਸੁਖਦੇਵ ਮੁਨੀ ਬੁਲਾਏ, ਸਪਤਾਹ ਕਥਾ ਕਰਾਈ। ਸ਼ੀਸ਼ਿਆਂ ਦੇ ਮਹਿਲ ਵਿੱਚ ਵੀ ਸੱਪ ਦੂਰ ਤੋਂ ਸੌਦਾਂ ਫੜੀਆਂ, ਬੜੀਆਂ ਫੌਜਾਂ ਫੜੀਆਂ ਨਾਲੇ ਦਾਲੇ। ਉਹ ਜਦੋਂ ਫੁੱਲ ਭੇਟ ਕਰਨ ਵਾਸਤੇ ਫੁੱਲ ਦੇ ਵਿੱਚ ਤਛਕ ਨਾਗ ਸੂਖਮ ਰੂਪ ਧਾਰਨ ਕਰਕੇ ਬਹਿ ਗਿਆ। ਜਦੋਂ ਫੁੱਲ ਲੈ ਪ੍ਰਸ਼ਾਦ ਦੀ ਤਰ੍ਹਾਂ ਮੱਥੇ ਨਾਲ ਮੱਥੇ 'ਚ ਡੰਗ ਮਾਰ ਕੇ ਜਦੀ ਮਾਰ ਦਿੱਤਾ। ਫਿਰ ਕਿਹੜਾ ਜਿਉਂਦਾ ਰਹਿਤਾ, ਉਹ ਵੀ ਮਰ ਗਿਆ। ਇਸ ਵਾਰਤਾ ਨੂੰ ਤਾਂ ਚਲੋ ਉਹ 10ਵੇਂ ਦੇ ਵਿੱਚ ਇਹਦੇ ਤਾਂ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਹੈ। ਬਹੁ ਯਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤਰ ਦਿਸੈ। ਵੇਖਨ ਥਾਨ ਬਸੰਤ ਊਚ ਹੈ ਨਹਿ ਸਿਮਰੰਤ ਮਰਣੰ ਕਦੰਚ ਹੈ। ਹੋਵੰਤ ਆ ਗਿਆ ਭਗਵਾਨ ਪੁਰਖ ਹੈ ਨਾਨਕ ਕੀਟੀ ਸਾਸ ਅਕਰਖ ਤੇ। ਇੱਕ ਨਿੱਕੀ ਜੀ ਕੀੜੀ ਪ੍ਰਾਣ ਖਿੱਚ ਲੈਂਦੀ ਹੈ। ਕਿੰਨਿਆਂ ਦੇ ਖਿੱਚ ਲਏ ਹੋਣੇ, ਕੀੜੇ ਹੀ ਹੈ ਉਹ। ਸੋ ਇਸ ਕਰਕੇ ਮਰਨ ਨਾ ਜੋਰ। ਅੱਧੀ ਪੰਕਤੀ ਅੱਗੇ ਹੈ, ਜੇ ਕੋਈ ਮਰਜ਼ੀ ਦੇ ਨਾਲ ਮਰਨਾ ਚਾਹੇ, ਪਰਮਾਤਮਾ ਏਕਣ ਨਹੀਂ ਮਰਨ ਦਿੰਦਾ। ਉਹਦੀ ਮਰਜ਼ੀ ਵਰਤੂ ਤਾਂ ਮਰੂਗਾ। ਮੌਤ ਉਦੋਂ ਆਉਂਦੀ ਜਦੋਂ ਉਹਦਾ ਹੁਕਮ ਆ ਜਾਵੇ। ਇਹਦੇ ਵਿੱਚ ਬੜੇ ਪ੍ਰਸੰਗ ਨੇ। ਇੱਕ ਵਾਰੀ ਵਿਸ਼ਵਾਮਿੱਤਰ ਨੇ ਬਹੁਤ ਤਪ ਕੀਤਾ, ਇੰਨਾ ਤਪ ਕੀਤਾ ਵੀ ਤਪ ਪ੍ਰਵਾਨ ਹੋ ਗਿਆ। ਇਹ ਤਪ ਦੇ ਪ੍ਰਭਾਵ ਨਾਲ ਬ੍ਰਹਮਾ ਦੇ ਕੋਲ ਪਹੁੰਚ ਗਿਆ। ਬ੍ਰਹਮਪੁਰੀ ਦੇ ਵਿੱਚ, ਬ੍ਰਹਮਪੁਰੀ ਦੇ ਵਿੱਚ ਉਹਨੇ ਬੜਾ ਸਤਿਕਾਰ ਕੀਤਾ। ਕਹਿਣ ਲਈ ਰਿਸ਼ੀ ਬਹੁਤ ਤਪ ਕੀਤਾ ਹੈ, ਵਰ ਮੰਗੋ। ਕਹਿੰਦਾ ਜੀ ਮੈਨੂੰ ਬ੍ਰਹਮ ਰਿਸ਼ੀ ਹੋਣ ਦਾ ਵਰ ਦੇ ਦਿਓ। ਬ੍ਰਹਮਾ ਨੇ ਦੇਖ ਲਿਆ ਵੀ ਇਹਦੇ ਲਾਇਕ ਤਾਂ ਹੈ ਨਹੀਂ ਇਹ, ਪਰ ਜੇ ਮੈਂ ਇਹਨੂੰ ਨਾ ਦਿੱਤਾ ਵਰ, ਇਹ ਮੇਰੇ ਗਲ ਪਊਗਾ। ਕਰੋਧੀ ਬੰਦੇ ਤੋਂ ਚੰਗਾ ਬੰਦਾ ਜਿਹੜਾ ਉਹ ਕੰਨੀ ਕਤਰਾਉਂਦਾ ਹੁੰਦਾ, ਜਾਂ ਤਾਂ ਵਡਿਆ ਕੇ ਕੰਮ ਲੈਂਦਾ, ਉਹਦੀ ਵਡਿਆਈ ਕਰ ਦੂ, ਜਾਂ ਫਿਰ ਕੋਈ ਹੋਰ ਤਰੀਕਾ ਬਦਲ ਲੈ। ਉਹ ਕਹਿੰਦਾ ਵੀ ਮੈਂ ਤਾਂ ਤੈਨੂੰ ਵਰ ਦੇ ਦੂੰ, ਪਰ ਮਾਤ ਲੋਕ ਦਾ ਬ੍ਰਹਮਾ ਤਾਂ ਵਿਸ਼ਿਸ਼ਟ ਹੈ। ਜੇ ਉਹ ਕਹੂਗਾ ਤਾਂ ਤੈਨੂੰ ਇਹ ਰੁਤਬਾ ਪ੍ਰਾਪਤ ਹੋਊਗਾ। ਕਹਿੰਦਾ ਉਹ ਤਾਂ ਮੈਂ ਕਹਾ ਲੂੰ। ਕਹਿੰਦਾ ਮੇਰੀ ਤਰਫ ਤੇ ਤੂੰ ਹੋਇਆ, ਪਰ ਜਾ ਉਹ ਤੂੰ ਕਹਾ ਲੈ। ਸ਼ਸਤਰ ਲੱਗੇ ਹੋਏ ਸੀ, ਜਾ ਕੇ ਮੱਥਾ ਟੇਕਿਆ। ਉਹ ਕਹਿੰਦੇ ਆਓ ਜੀ ਰਾਜ ਰਿਸ਼ੀ ਜੀ। ਕ੍ਰੋਧਿਤ ਹੋ ਗਿਆ, ਉਹਦਾ ਇੱਕ ਪੁੱਤ ਮਾਰਤਾ। ਦੱਸੋ ਉਹਦਾ ਕੀ ਕਸੂਰ ਸੀ? ਇਹੋ ਜਿਹਾ ਕੁਛ ਕਰਦੇ ਰਹੇ ਨੇ ਰਿਸ਼ੀ ਮੁਨੀ ਵੀ। ਦੂਜੇ ਦਿਨ ਫਿਰ ਗਿਆ, ਫਿਰ ਆਓ ਜੀ ਰਾਜ ਰਿਸ਼ੀ ਜੀ। ਫਿਰ ਦੂਜਾ, 100 ਦਿਨ 'ਚ 100 ਪੁੱਤ ਮਾਰ ਦਿੱਤੇ, ਵਿਹੜਾ ਖਾਲੀ ਕਰ ਦਿੱਤਾ। ਤੇ ਫਿਰ 100 ਪੁੱਤ ਮਰੇ ਤੋਂ ਬਾਅਦ ਉਹਨੇ ਕਿਹਾ ਵੀ ਹੁਣ ਤਾਂ ਮੈਨੂੰ ਪਤਾ ਨਹੀਂ ਕਿੰਨੀਆਂ ਕੁ ਗਾਲਾਂ ਕੱਢਦੇ ਹੋਣਗੇ। ਇੱਕ ਦਿਨ ਉਹਦੇ ਘਰੋਂ ਵਸ਼ਿਸ਼ਠ ਦੇ ਬਹੁਤ ਬੇਚੈਨ 100 ਪੁੱਤਰ ਸੀ, ਮਰ ਗਏ। ਕੋਈ ਇੱਕ ਵੀ ਪੁੱਤਰ ਨਾ ਰਿਹਾ। ਪੁੱਤਰ ਦਾ ਇੱਕ ਮਰ ਜਾਏ, ਮਾਂ ਬਾਪ ਰੋਗੀ ਹੋ ਜਾਂਦੇ ਰੋਂਦੇ ਹੁੰਦੇ। ਬਹੁਤ ਸਦਮਾ ਔਖਾ ਹੈ। ਪ੍ਰਾਨਾਂ ਸੇ ਪਿਆਰੇ ਪੁੱਤਰ ਹੈ, ਪੁੱਤਰਾਂ ਸੇ ਪਿਆਰੇ ਪ੍ਰਾਨ। ਮਰ ਗਏ ਆਪ ਮਾਰ ਗਏ ਮਾਪੇ, ਲਾ ਗਏ ਛਲ ਅਬੱਲਾ। ਪੁੱਤਰਾਂ ਦਾ ਸੰਤਾਪ ਸ਼ਾਹ ਜੀ, ਪਾ ਗਿਆ ਜਗ ਤਰਸੱਲਾ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ। ਉਹ ਫਿਰ ਕੀ ਹੋਇਆ, ਸੂਰਜ ਚੜ੍ਹਨ ਲੱਗਾ, ਐਨ ਲਾਲੀ ਸੂਰਜ ਦੀ ਅਜੇ ਪਹੁ ਫਟਾਲਾ। ਕਹਿਣ ਲੱਗੀ ਸਵਾਮੀ ਵੀ ਠੀਕ ਹੈ, ਮੈਨੂੰ ਸ਼ਰਧਾ ਤਾਂ ਤੁਹਾਡੇ 'ਤੇ ਵੀ ਬਹੁਤ ਹੈ, ਪਰ ਪੁੱਤਰਾਂ ਦੇ ਮੋਹ 'ਚ ਨਾ ਮੇਰਾ ਹਿਰਦਾ ਬੇਚੈਨ ਹੈ। ਵਸ਼ਿਸ਼ਠ ਕਹਿੰਦਾ ਹਿਰਦਾ ਤਾਂ ਮੇਰਾ ਵੀ ਬੇਚੈਨ ਹੈ। ਕਹਿੰਦੀ ਪਰ ਐਂ ਦੱਸੋ ਵੀ ਕੋਈ ਇਹੋ ਜਿਹਾ ਰਿਸ਼ੀ ਮੁਨੀ ਜਿਹਦਾ ਚੜ੍ਹਦੇ ਸੂਰਜ ਵਰਗੀ ਤਪ ਦਾ ਪ੍ਰਭਾਵ ਹੋਵੇ, ਮੈਂ ਉਹਦੇ ਕੋਲ ਜਾ ਕੇ ਸ਼ਾਂਤੀ ਪ੍ਰਾਪਤ ਕਰਾਂ। ਕਹਿੰਦੇ ਇਹੋ ਜਿਹਾ ਤਾਂ ਫਿਰ ਆਪਣੇ ਰੋਜ਼ ਹੀ ਆਉਂਦਾ ਹੈ। ਉੱਧਰੋਂ ਲੋਕੇ ਸੁਣ ਰਿਹਾ ਸੀ। ਕਹਿੰਦੇ ਕੌਣ? ਕਹਿੰਦੇ ਵਿਸ਼ਵਾਮਿੱਤਰ ਜਿਹਨੇ ਪੁੱਤ ਮਾਰੇ। ਵਿਸ਼ਵਾਮਿੱਤਰ ਨੇ ਅੱਖਾਂ 'ਚ ਪਾਣੀ ਆ ਗਿਆ। ਕਹਿੰਦਾ ਓਹੋ, ਮੈਂ ਇਹਦੇ ਪੁੱਤ ਮਾਰੇ ਤੇ ਮੇਰੀ ਵਡਿਆਈ ਕਰਦਾ। ਉਹਨੇ ਸ਼ਸਤਰ ਲਾ ਕੇ ਇੱਕ ਪਾਸੇ ਰੱਖ ਦਿੱਤੇ, ਡੰਡੌਤ ਕਰਦਾ ਫਿਰ ਆਇਆ ਧਰਤੀ 'ਤੇ ਲੰਮਾ ਪੈ ਪੈ ਕੇ ਮੱਥਾ, ਜਿਵੇਂ ਨੈਣਾ ਦੇਵੀ ਦੇ ਡੰਡੌਤੀਏ ਜਾਂਦੇ ਹੁੰਦੇ ਨੇ। ਜਦੋਂ ਆਇਆ ਸਾਹਮਣੇ, ਕਹਿੰਦੇ ਆਓ ਜੀ ਬ੍ਰਹਮ ਰਿਸ਼ੀ ਜੀ।
ਉਹ ਧਾ ਮਾਰੀ, ਕਹਿੰਦਾ ਓਏ 100 ਪੁੱਤ ਮਰਾ ਕੇ, ਕਹਿੰਦਾ ਅੱਜ ਕਿਹਾ ਜੇ ਪਹਿਲੀ, ਕਹਿੰਦਾ ਮੈਂ ਤੇਰੇ ਪੁੱਤਰਾਂ ਦੇ 100 ਦੇ ਕਤਲ ਕਰ ਬੈਠਾ। ਕਹਿੰਦੇ ਮੈਂ ਕਹਿ ਨਹੀਂ ਸੀ ਸਕਦਾ। ਕਹਿੰਦੇ ਕਿਉਂ? ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲਾਂ ਜੋ ਪੇਖੇ ਆਖੀ। ਜਿਹਦੇ ਸ਼ਸਤਰ ਪਏ ਨੇ ਹੁਣ ਉਹ ਰਾਜ ਰਿਸ਼ੀ ਹੁੰਦਾ ਹੈ, ਸ਼ਸਤਰ ਤੋਂ ਬਿਨਾਂ ਆਇਆ ਤੂੰ ਬ੍ਰਹਮ ਰਿਸ਼ੀ ਹੋ ਗਿਆ। ਕਹਿੰਦਾ ਓਹੋ, ਕਹਿੰਦਾ ਮੁਨੀ ਜੀ ਪਤਾ ਨਹੀਂ ਕਿਹੜੇ ਜਨਮ ਤੱਕ ਵੇ। ਕਹਿੰਦਾ ਵੀ ਐਂ ਦੱਸ, ਇਹ ਜੇ ਤੂੰ ਪਾਪ ਤੋਂ ਨਹੀਂ ਡਰਿਆ, 1000 ਗਊ ਮਾਰਨ ਜਿੰਨਾ ਬੰਦੇ ਦੇ ਮਾਰਨ ਦਾ ਪਾਪ ਹੈ, ਲੱਖਾਂ ਬੰਦੇ ਮਾਰਨ ਜਿੰਨਾ ਇੱਕ ਬ੍ਰਹਮ ਗਿਆਨੀ ਦੇ ਮਾਰਨ ਦਾ ਪਾਪ, ਤੂੰ ਪਾਪ ਤੋਂ? ਕਹਿੰਦਾ ਮੈਂ ਗਾਇਤਰੀ ਮੰਤਰ ਪੜ੍ਹ ਕੇ ਲਾ ਦਿੰਦਾ ਸੀ। फिर वशिष्ठ ने पांडे तुमरी गायत्री लोदे काखे खाती थी, लेकर ठेंगा टंगरी तोरी लांघते लांघते जाती सी। उन्हें फिर शक्तिहीन किया श्राप दे के भी ये जे कोई किसी का कतल करके कोई ये समझे ना भी गायत्री मंत्र पढ़ के ला दूँ, कहते अज तो बाद मैं श्राप देना इस मंत्र के नाल पाप नहीं लहेगा, जिहड़ा किसी का कतल करे दा पाप है ऊँ जे पाप लाऊगा। तो उस वेले फिर ये बचन होया, कहन लगा जी फिर तुसीं मेरे ते जे नाराज़ हुंदे फिर तुसीं मैनूं श्राप दिंदे, पर तुसीं भी की गल 100 पुत्र मरिया भी तुसीं। वशिष्ठ जी कहंदे मेरे पुत्रां दा प्रारब्ध दे लिखी होई सी भी तेरे हत्थ तो मौत होनी सी उन्हां दी। बाद दे विच पुत्रां दा मोह उठिया, पहाड़ां 'च चलिया गया, कहंदा मर जाना है। घर वाली नूं कहंदा जिउंदा नहीं रहना। हुण परमात्मा ने देखिया जिउंदा रखना है। नदी दे विच ये फांसी लै के ना गल 'च फंदा पा के डुब के मरन लगा। परमात्मा ने जल देवता नूं कहता, उन्हें इहो जे जोर दी छल मारी ते फांसी तोड़ दित्ती। बे नाम है रहत दा, पास नाम है फांसी दा। बेपास शब्द है सुध, वो तो बनिया ब्यास, उन्होंने बिगड़ के शब्द ब्यास हो गया। चलो कहते ब्यास ऋषि बने। फिर सतलुज जिथे चलता ये भी दरिया से, इनू पहला सतलुज नहीं सी कहते, दरिया से। इत्थे डुब के मरन लगा। जोर ना जीवन मरण ना जोर, वो तेरा डुब के मरन लगा। भगवान ने कहता भी भाई मैं इनू जिउंदा रखना है। वो 100 टुकड़ियां च होके खिलर गया। जो पानी खिलर गया वो नहीं डुबया ना। 7 9 संस्कृत 100 का, लुज नाम लहर का, 7 जमा लुज, 100 लहरां च चलण वाला। सतद्रव, सतद्रव तीर्थ 100 थां ते दरबीभूत होने वाला, ये दोने अर्थ ने दे। उस दे विच कहंदा भी हुण पानी ने तैने डुबिया। जिथे केसगढ़ साहिब है ना, तो महापुरखा ने दसिया सी इत्थे आके ने फिर पहाड़ी नाल टक्कर मार के मरन लगा। आकाशबाणी होई देखी ये पाप न करी, ये पहाड़ी बड़ी पवित्र रखी है, इत्थे तो बहुत बड़ा कारज होना इस पहाड़ी ते जिथे केसगढ़ साहिब बनिया, इत्थे आ ना कम कर। कहना भगवान मैं मरां कि मेरी औलाद 100 दी 100 मर गई, मेरी कुल खड़ गई, मैं कुल चलाउणी चाहुंदा सी। आकाशबाणी होई, कहंदे पवित्र जिहड़ी ये पहाड़ी है ਇਹਦਾ ਤਾਂ ਸਮਾਂ ਸਤਿਕਾਰ ਕਰ। ਤੇਰੇ ਘਰ ਵਾਲੀ ਗਰਭ ਤੋਂ ਹੈ, ਜਾਂ ਤੇਰੀ ਸੰਤਾਨ ਉੱਥੋਂ ਤੇਰੀ ਕੁਲ ਚੱਲੂਗੀ। ਉੱਥੋਂ ਵਸ਼ਿਸ਼ਟ ਦੀ ਕੁਲ ਚੱਲੀ ਸੀ। ਇਹੀ ਪਹਾੜੀ ਹੈ। 6ਵੇਂ ਪਾਤਸ਼ਾਹ ਇਹ ਐਵੇਂ ਨਹੀਂ ਇੱਥੇ ਖਾਲਸਾ ਸਾਜਿਆ ਖਾਲਸਾ ਜੀ, ਇਹ ਗੱਲਾਂ ਬੜੀਆਂ ਗੁੱਝੀਆਂ ਸ਼ਾਸਤਰਾਂ ਦੇ ਵਿੱਚ। 6ਵੇਂ ਪਾਤਸ਼ਾਹ ਕਰਤਾਰਪੁਰ ਦਾ ਜੰਗ ਸਮਾਪਤ ਕਰਕੇ ਕੀਰਤਪੁਰ ਸਾਹਿਬ ਨੂੰ ਜਾਂਦੇ ਜਾਂਦੇ ਕੋੜਾ ਰੋਕ ਲਿਆ। ਕੋੜਾ ਰੋਕ ਕੇ ਦੋਨੇ ਹੱਥ ਜੋੜੇ, ਹੱਥ ਜੋੜ ਕੇ ਨਮਸਕਾਰ ਕੀਤੀ। ਭਾਈ ਵਿਧੀ ਚੰਦ ਨੇ ਪੁੱਛਿਆ ਮਹਾਰਾਜ ਪਹਾੜੀ ਨੂੰ ਮੱਥਾ ਟੇਕਦੇ ਹੋ? ਕਹਿੰਦੇ ਨਹੀਂ, ਪਹਾੜੀ ਨੂੰ ਨਹੀਂ ਟੇਕਿਆ। ਆਉਣ ਵਾਲੇ ਸਮੇਂ ਦੇ ਅੰਦਰ ਜਿਸ ਥਾਂ ਤੇ ਮੇਰੇ ਮਹਾਬਲੀ ਪੋਤਰੇ ਨੇ ਆ ਕੇ ਅਕਾਲ ਪੁਰਖ ਦਾ ਹੁਕਮ ਮੰਨ ਕੇ ਕਹਿੰਦੇ ਖਾਲਸਾ ਪੰਥ ਸਾਜਣਾ, ਕਹਿੰਦੇ ਮੈਂ ਤਾਂ ਉਸ ਖਾਲਸੇ ਦੀ ਜਨਮ ਭੂਮੀ ਨੂੰ ਮੱਥਾ ਟੇਕਿਆ ਮਹਾਰਾਜ ਕਹਿੰਦੇ 6ਵੇਂ ਪਾਤਸ਼ਾਹ। ਸੋ ਇਸ ਕਰਕੇ ਜੋਰ ਨਾ ਜੀਵਨ ਮਰਨ ਨਾ ਜੋਰ, ਕੋਈ ਆਪਣੀ ਮਰਜ਼ੀ ਨਾਲ ਨਹੀਂ ਮਰ ਸਕਦਾ ਹੈ। सो इस करके निज इच्छा से मरण को कोट जतन करे कोए, तद भी मौत न आवी जब लग हुक्म न होए। जिन्नी देर तक हुक्म नहीं हुंदा है। जोर न राजमाल मनसूर, किसे विच भी राज करन दी प्राप्ति दा, माल हाथी घोड़े ऊठ आदि दी प्राप्ति दा अपना जोर बल नहीं है। भाव सब कुछ परमात्मा दी कृपा नाल ही हुंदा है। ते इस करके कोई जिन्ने मर्जी यतन करी जावे ਉਹਦੇ ਸਫਲ ਨਹੀਂ ਹੁੰਦੇ। ਨਹੀਂ ਤਾਂ ਸਭ ਕੁਛ ਇਹ ਮਨ ਦਾ ਸ਼ੋਰ ਸ਼ਰਾਬਾ ਹੀ ਸਮਝੋ ਤੁਸੀਂ, ਰੌਲਾ ਰੱਪਾ ਹੀ ਹੈ। ਐਵੇਂ ਰੌਲਾ ਰੱਪਾ ਵੀ ਮੈਨੂੰ ਇੰਦਰਪੁਰੀ ਦਾ ਰਾਜ ਮਿਲਦਾ ਹੈ, ਮੈਨੂੰ ਆਹ ਤਖਤ ਮਿਲ ਜਾਏ, ਮੈਨੂੰ ਵਜ਼ੀਰੀਆਂ ਮਿਲ ਜਾਏ, ਤੜਫਦਾ ਹੀ ਰਹਿੰਦਾ ਮਨ ਦੇ ਵਿੱਚ, ਪ੍ਰਾਪਤੀ ਨਹੀਂ ਹੁੰਦੀ। ਜਿਤਨੇ ਵੀ ਲੋਕ ਯਤਨ ਕਰਦੇ ਦੇ ਬਾਵਜੂਦ ਰਾਜ ਭਾਗ ਹਾਸਲ ਨਹੀਂ ਹੁੰਦਾ, ਬੜੇ ਯਤਨ ਕਰਦੇ ਨੇ। ਰਾਜ ਮਾਲ ਦੇ ਵਿੱਚ ਤਿਆਗਣ ਦੇ ਵਿੱਚ ਸ਼ੋਰ ਰੌਲੇ ਰੱਪੇ ਦਾ
ਸੰਭਾਲਣ ਦੀ ਵੀ ਕਹਿੰਦੇ ਸੰਭਾਲਣ ਦਾ ਵੀ ਰੌਲਾ ਰੱਪਾ, ਇਕੱਠਾ ਕਰਨ ਦਾ ਵੀ ਰੌਲਾ ਪਿਆ, ਤਿਆਗਣ ਦੇ ਵਿੱਚ ਵੀ ਉਹ ਕਹਿੰਦਾ ਮੈਂ ਤਿਆਗ ਦਿੱਤਾ, ਇਹ ਵੀ ਰੌਲਾ ਰੱਪਾ ਹੈ। ਐਸਾ ਕਹਿੰਦੇ ਹਨ। ਜੋਰ ਨਾ ਸੁਰਤੀ ਗਿਆਨ ਵਿਚਾਰ। ਇਹ ਭਾਈ ਧਿਆਨ ਰੱਖਣਾ, ਹੁਣ ਤੁਸੀਂ ਪੋਥੀਆਂ ਤੇ ਵਿਸ਼ੇਸ਼ ਧਿਆਨ ਦਿਓ। ਇਹ ਜਿਹੜੀ ਪੰਕਤੀ ਹੈ ਅਰਥ ਦੇ ਅਨੁਸਾਰ ਤਾਂ ਜੋਰ ਨਾ, ਅਰਥ ਦੇ ਅਨੁਸਾਰ ਇੱਥੇ ਵਿਸਰਾਮ ਹੈ ਤਾਂ ਇੱਥੇ ਲੱਗਣਾ, ਪਰ ਇਹ ਜਿਹੜਾ ਵਿਸਰਾਮ ਹੈ ਪਾਠ ਦੀ ਚਾਲ ਦੇ ਨਾਲ ਜੋਰ ਨਾ ਸੁਰਤੀ, ਅੱਗੇ ਪੰਕਤੀ ਆਊਗੀ ਜੋਰ ਨਾ ਜੁਗਤੀ, ਇਹ ਪਾਠ ਦੀ ਚਾਲ ਨਾਲ ਜੁਗਤੀ ਤੇ ਵੀ ਲੱਗੂਗਾ, ਸੁਰਤੀ ਤੇ ਵੀ ਲੱਗੂਗਾ, ਕੋਈ ਵਹਿਮ ਭਰਮ ਨਹੀਂ ਕਰਨਾ, ਪਰ ਅਰਥ ਦੇ ਅਨੁਸਾਰ ਲੱਗੂਗਾ ਇੱਥੇ ਜਿੱਥੇ ਭਾਈ ਸਾਹਿਬ ਜੀ ਨੇ ਲਾਇਆ। ਜੋਰ ਨਾ ਸੁਰਤੀ ਗਿਆਨ ਵਿਚਾਰ, ਕਿਸੇ ਵਿੱਚ ਸੁਰਤੀ ਧਿਆਨ ਲਗਾ ਕੇ ਗਿਆਨ ਦੀ ਵਿਚਾਰ ਕਰਨ ਦਾ ਬਈ ਆਪਣੇ ਆਪ 'ਚ ਜੋਰ ਕੀ ਹੈ, ਬਲ ਨਹੀਂ ਹੈ। ਸੁਰਤੀ ਵੀ ਉਸ ਪ੍ਰਭੂ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੁੜਦੀ ਹੈ, ਆਪਣੇ ਆਪ ਥੋੜ੍ਹੀ ਜੁੜ ਜਾਂਦੀ ਹੈ। ਜਿੰਨਾ ਕੋਈ ਮਰਜ਼ੀ ਸੁਰਤੀ ਜੋੜਨਾ ਚਾਹੇ, ਮੈਂ ਨਾਮ 'ਚ ਜੋੜਨਾ। ਕਿਸੇ ਵਿੱਚ ਸੁਰਤੀ ਵੇਦ ਸੁਸਤੀਆਂ, ਜਿਹੜੀਆਂ ਸੁਰਤੀਆਂ ਵੇਦ ਦੀਆਂ ਗਿਆਨ ਦੀਆਂ ਵਿਚਾਰਾਂ ਕਰਨ ਦਾ ਕੋਈ ਜ਼ੋਰ ਬਲ ਨਹੀਂ ਹੈ। ਗ੍ਰੰਥਾਂ ਨੂੰ ਪੜ੍ਹ ਕੇ ਗਿਆਨ ਦੀ ਵਿਚਾਰ ਕਰਨਾ ਚਾਹੁੰਦਾ ਹੈ, ਪਰ ਪ੍ਰਭੂ ਦੀ ਕਿਰਪਾ ਨਾਲ ਉਹ ਸੰਭਵ ਨਹੀਂ। ਬਹੁਤ ਸਾਰੇ ਬੜੇ ਬੜੇ ਗਿਆਨੀ ਬਣ ਜਾਂਦੇ ਨੇ। ਇੱਕ ਇਸ ਤਰ੍ਹਾਂ ਦੇ ਮਹਾਂਪੁਰਸ਼ ਗਿਆਨੀ ਦੇਖੇ ਤੇ ਉਹ ਬੋਲ ਕੇ ਅਰਦਾਸ ਵੀ ਨਹੀਂ ਸੀ ਕਰ ਸਕਦੇ, ਪਰ ਸੈਂਕੜੇ ਗਿਆਨੀ ਪੜ੍ਹਾਤੇ ਉਹਨਾਂ ਨੇ। ਇਹ ਵੀ ਇੱਕ ਦਾਤ ਹੈ ਰੱਬ ਦੀ। ਆਪ ਵਿਚਾਰ ਨਹੀਂ ਸੀ, ਕਥਾ ਨਹੀਂ ਸੀ ਕਰ ਸਕਦੇ, ਕਥਾਵਾਚਕ ਪੈਦਾ ਕਰ ਦਿੱਤੇ। ਸੋ ਇਸ ਦਿਨ ਸ੍ਰੇਸ਼ਟ ਪ੍ਰੀਤੀ, ਜਿਹੜੀ ਸੁਰਤੀ ਦਾ ਅਰਥ ਸੋ ਸ੍ਰੇਸ਼ਟ ਦਾ ਨਾਮ ਹੈ, ਰਤੀ ਪ੍ਰੀਤੀ ਦਾ ਨਾਮ ਹੈ। ਸ੍ਰੇਸ਼ਟ ਪ੍ਰੀਤੀ ਧਾਰਨ ਕਰਨੀ ਇਹ ਵੀ ਆਪਣੇ ਵੱਸ ਦੀ ਗੱਲ ਨਹੀਂ। ਗਿਆਨ ਦੀ ਵਿਚਾਰ ਕਰਨਾ ਆਪਣੇ ਜ਼ੋਰ ਬਲ ਨਹੀਂ ਹੈ। ਸ੍ਰੇਸ਼ਟ ਪ੍ਰੀਤੀ ਪ੍ਰਭੂ ਦੇ ਨਾਲ ਲਾਉਣੀ ਇਹ ਵੀ ਸਾਡੇ ਵੱਸ ਨਹੀਂ ਹੈ। ਜੋਰ ਨਾ ਜੁਗਤੀ ਛੋਟਾ ਸੰਸਾਰ। ਸ਼ਾਸਤਰ ਦੀਆਂ ਜੁਗਤੀਆਂ ਸਿੱਖ ਕੇ ਕੋਈ ਸੰਸਾਰ ਦੇ ਆਪਣੇ ਜ਼ੋਰ ਬਲ ਦੇ ਨਾਲ ਛੁੱਟ ਨਹੀਂ ਸਕਦਾ, ਮੁਕਤ ਨਹੀਂ ਹੋ ਸਕਦਾ। ਵਿਵਹਾਰਕ ਜੁਗਤੀਆਂ ਦਾ ਵੀ ਕੋਈ ਕਿਸੇ ਜ਼ੋਰ ਬਲ ਨਹੀਂ ਹੈ ਜਿਨ੍ਹਾਂ ਦੁਆਰਾ ਸੰਸਾਰ ਤੋਂ ਛੁੱਟ ਸਕੇ, ਮੁਕਤ ਹੋ ਸਕੇ। ਛੁਟਕਾਰਾ ਤਾਂ ਪ੍ਰਭੂ ਦੀ ਕਿਰਪਾ ਨਾਲ ਹੀ ਹੁੰਦਾ ਭਾਈ। ਜਿਸ ਦੇ ਵਿੱਚ ਵੀ ਜੇ ਕੋਈ ਸ਼ੰਕਾ ਕਰੇ ਵੀ ਮੈਂ ਕਰ ਸਕਦਾ ਨਾ, ਕਿ ਮੈਂ ਸਭ ਕੁਝ ਕਰ ਸਕਦਾ, ਮੇਰੇ ਵਿੱਚ ਬਲ ਹੈ, ਤਾਂ ਉਹਦੇ ਲਈ ਕਹਿੰਦੇ ਹਨ ਜਿਸ ਹੱਥ ਜੋਰ ਕਰ ਵੇਖੈ ਸੋਏ। ਜਿਹਦੇ ਹੱਥ ਵਿੱਚ ਜ਼ੋਰ ਬਲ ਹੈ ਸੋਏ ਉਹ ਕਰਕੇ ਵੇਖੇ। ਜਿਹੜਾ ਕਹਿੰਦਾ ਵੀ ਮੈਂ ਕਰ ਸਕਦਾ ਨਾ, ਅਜਮਾ ਕੇ ਦੇਖ ਲਵੇ। ਕੁਝ ਨਹੀਂ ਕਰ ਸਕਦਾ। ਇਸ ਕਾ ਬਲ ਨਾਹੀਂ ਇਸ ਹਾਥ, ਕਰਨ ਕਰਾਵਨ ਸਰਬ ਕੋ ਨਾਥ। ਕਹੋ ਨਾਨਕ, ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਕਿੰਨੀਆਂ ਪੰਕਤੀਆਂ ਨੇ। ਕਹੋ ਮਾਨੁਖ ਦੇ ਕਿਆ ਹੋਏ ਆਵੈ, ਜੋ ਤਿਸ ਭਾਵੈ ਸੋਈ ਕਰਾ। ਭਗਤ ਨੇ ਐਵੇਂ ਥੋੜ੍ਹੇ ਕਿਹਾ ਕਿ ਨਾ ਹਮ ਕੀਆ ਨਾ ਕरेंगे, ਐਵੇਂ ਥੋੜ੍ਹੀ ਕਹਿ ਦਿੱਤਾ ਕਬੀਰ ਸਾਹਿਬ ਨੇ। ਮੈਂ ਨਹੀਂ ਕਰ ਸਕਦਾ, ਮੇਰਾ ਸਰੀਰ ਵੀ ਕੁਝ ਨਹੀਂ ਕਰ ਸਕਦਾ। ਨਾ ਕਰ ਸਕੇ ਸਰੀਰ, ਕਿਆ ਜਾਣੋ ਕੋਈ ਹਰ ਪਿਆ ਭਇਓ ਕਬੀਰ ਕਬੀਰ। ਸੋ ਇਸ ਕਰਕੇ ਸਿੱਧੋ ਜੀਵ ਦਾ ਬਲ ਕੁਝ ਨਹੀਂ, ਸੱਚ ਇਹੀ ਹੈ ਕਿ ਪ੍ਰਭੂ ਦੇ ਹੱਥ ਵਿੱਚ ਸਾਰਾ ਕੁਝ ਜ਼ੋਰ ਬਲ ਹੈ। ਉਹ ਪ੍ਰਭੂ ਇਹ ਸਭ ਕੁਝ ਕਰ ਸਕਦਾ। ਜਿਸ ਹੱਥ ਜ਼ੋਰ, ਇਹ ਸਭ ਤਾਕਤ ਉਹਦੇ ਹੱਥ ਵਿੱਚ ਹੈ। ਕਰ ਵੇਖੈ ਸੋਏ, ਕਰ ਵੇਖੇ ਵੇਖ ਰਿਹਾ, ਉਹਦੀ ਮਰਜ਼ੀ ਹੈ। ਉਹ ਤੋਂ ਬਿਨਾਂ ਜੀਵ ਕੁਝ ਨਹੀਂ ਕਰ ਸਕਦਾ। ਜਹ ਜਹ ਪਾਣਾ ਤਹਿ ਤਹਿ ਰਾਖੇ, ਨਾਨਕ ਸਭ ਕੁਛ ਪ੍ਰਭ ਕੈ ਹਾਥੇ। ਇਹ ਤਾਂ ਸਭ ਕੁਝ ਵਾਹਿਗੁਰੂ ਦੇ ਹੱਥ ਹੈ ਭਾਈ। ਕਥਾ ਸਾਨੂੰ ਹੰਕਾਰ ਦੀ ਮੈਲ ਧੋ ਧੋ ਕੇ ਕੱਢਣ ਵਾਸਤੇ ਆ। ਕਥਾ ਸਾਬਣ ਹੈ ਇਹ, ਤੇ ਗੁਰੂ ਕਿਰਪਾ ਕਰੇ। ਤੇ ਅੱਗੇ ਦੱਸਦੇ ਹਨ, ਸਮਾਪਤੀ ਕਰਦੇ ਨੇ, ਨਾਨਕ ਉੱਤਮ ਨੀਚ ਨਾ ਕੋਏ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਸਿੱਧੋ, ਇਸ ਕਰਕੇ ਜਾਣਨਾ ਕਰੋ ਇਸ ਸੰਸਾਰ ਦੇ ਵਿੱਚ ਆਪਣੇ ਆਪ ਕੋਈ ਉੱਤਮ ਨਹੀਂ ਹੈ, ਆਪਣੇ ਆਪ ਕੋਈ ਨੀਚ ਨਹੀਂ। ਪੂਰਬਲੇ ਕਰਮਾਂ ਅਨੁਸਾਰ ਜਿਹੋ ਜਿਹਾ ਕਿਸੇ ਨੂੰ ਪ੍ਰਭੂ ਨੇ ਬਣਾਇਆ, ਉਹੋ ਜਿਹਾ ਬਣਿਆ ਹੋਇਆ। ਸਭ ਕੁਛ ਵਾਹਿਗੁਰੂ ਦੇ ਹੱਥ ਵਿੱਚ ਹੈ, ਉਹਦੇ ਹੁਕਮ ਵਿੱਚ ਅਸੀਂ ਸਿੱਧੋ। ਜੀਵ ਪਤੰਤਰ ਹੈ, ਸੁਤੰਤਰ ਨਹੀਂ, ਅਸੀਂ ਸਿੱਧ ਕਰ ਦਿੱਤਾ। ਇੱਥੇ ਹੀ ਸਤਿਗੁਰੂ ਮਹਾਰਾਜ ਸਾਹਿਬ ਨੇ ਕਿਹਾ ਕਿ ਜਿਹੜਾ ਮੰਨਣ ਦਾ ਸਰੂਪ ਹੈ ਉਹ ਕਥਨ ਕੀਤਾ ਹੈ। ਦੂਜੀ ਭੂਮਿਕਾ ਸੋ ਵਿਚਾਰ ਨਾ ਕਹਿ ਕੇ ਸਮਝਾ ਦਿੱਤੀ ਇਹਨਾਂ ਨੂੰ। ਸੋ ਵਿਚਾਰ ਨਾ ਕਹਿੰਦੇ ਨੇ, ਸ੍ਰੇਸ਼ਟ ਵਿਚਾਰ ਕਰਨਾ ਜਿਹੜਾ ਸੁਣਿਆ ਤੇ ਉਹਨੂੰ ਮੰਨਣ ਕਰਨਾ, ਦੂਜੀ ਭੂਮਿਕਾ ਗਿਆਨ ਦੀ ਹੈ। ਹੁਣ ਦੂਜੇ ਅਰਥ ਦੇ ਵਿੱਚ ਕਰਤਾਰਪੁਰ ਸਾਹਿਬ ਦਾ ਧਿਆਨ ਤਰੋ ਵੀ ਉੱਥੇ ਭਾਈ ਲਹਿਣਾ ਜੀ, ਬਾਬਾ ਬੁੱਢਾ ਸਾਹਿਬ, ਇਹ ਜਿਹੇ ਇਹ ਮੁਖੀ ਸੀ, ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕਰਦੇ ਕਿ ਮਹਾਰਾਜ ਕਿਰਪਾ ਕਰੋ ਵੀ ਆਪ ਇਹ ਬਖਸ਼ਿਸ਼ ਕਰੋ। ਤੇ ਕਿਸ ਪ੍ਰਕਾਰ ਪਰਮੇਸ਼ਰ ਦੇ ਨਾਲ ਜੋੜ ਮੇਲ ਕਿਵੇਂ ਹੋ ਸਕੇ। ਜਿਹੜਾ ਜੋਰ ਸ਼ਬਦ ਆਇਆ ਹੈ ਇਹਦੇ ਤਿੰਨ ਅਰਥ ਨੇ, ਤੇ ਤਿੰਨੇ ਅਰਥ ਫਿਰ ਇਹ ਸਾਰੀ ਪੌੜੀ ਦੇ ਵੱਖਰੇ ਵੱਖਰੇ ਤਾਂ ਹੁੰਦੇ ਆ। ਜੋਰ ਦਾ ਅਰਥ ਬਲ ਆ ਗਿਆ ਪਿੱਛੇ, ਇਹ ਪਹਿਲੇ ਅਰਥ ਦੇ ਵਿੱਚ ਹੋ ਗਿਆ ਹੈ।
ਹੁਣ ਜੋੜ ਦਾ ਅਰਥ ਜੋੜ ਆਊਗਾ, ਫਿਰ ਜੋੜ ਦਾ ਅਰਥ ਜਿਹੜਾ ਹੈ ਅੱਗੇ ਤਾਦ ਇਹ ਵੀ ਆਊਗਾ, ਤੇ ਉਹ ਵਿੱਚ ਜੋੜ ਦਾ ਅਰਥ ਫਿਰ ਗਿਆਨ ਆਊਗਾ। ਇੱਕ ਗਿਆਨ ਅਨੁਸਾਰ ਸਾਰੇ ਅਰਥ, ਇੱਕ ਜੋੜ ਅਨੁਸਾਰ ਸਾਰੇ ਅਰਥ, ਇੱਕ ਬਲ ਅਨੁਸਾਰ ਸਾਰੇ ਅਰਥ। ਇਸ ਕਰਕੇ ਇੱਕ ਅਰਥ ਹੋ ਚੁੱਕਿਆ, ਉਹ ਸੀ ਬਲ ਦਾ ਪ੍ਰਤੀਕ, ਤਾਕਤ। ਹੁਣ ਇੱਥੇ ਜੋੜ ਦਾ, ਇਹ ਅਸਲ ਦੇ ਵਿੱਚ ਵਿਆਕਰਨ ਦਾ ਥੋੜ੍ਹਾ ਜਿਹਾ ਝਲਕ ਹੈ ਇਹਦੇ ਵਿੱਚ। ਵਿਆਕਰਨ ਦੀ ਪੱਧਤੀ ਅਨੁਸਾਰ ਕਈ ਵਾਰੀ ਅੱਖਰ ਸਵਰ ਨਹੀਂ ਹੋਣ ਕਰਕੇ, ਤੇ ਕਈ ਵਾਰੀ ਵੱਖੋ ਵੱਖਰੀ ਖੇਤਰੀਆਂ ਬੋਲੀਆਂ ਹੁੰਦੀਆਂ ਹਨ, ਇਲਾਕੇ ਦੀਆਂ ਬੋਲੀਆਂ ਵੱਖਰੀਆਂ ਵੱਖਰੀਆਂ ਹੋਣ ਕਰਕੇ ਉਹ ਅੱਖਰ ਇੱਕ ਦੂਜੇ ਦਾ ਸਥਾਨ ਲੈਂਦੇ ਆ। ਜਿਵੇਂ ਸੱਸੇ ਦੇ ਥਾਂ 'ਤੇ ਹਾਹਾ ਆ ਜਾਂਦਾ ਹੈ, ਉਹ ਕਿਵੇਂ ਆਉਂਦਾ ਹੈ? ਆਪਾਂ ਸਭ ਕਹਿੰਦੇ ਹਾਂ, ਕਈ ਇਲਾਕਿਆਂ 'ਚ ਹੱਬ ਕਹਿੰਦੇ ਨੇ, ਹਾਹਾ ਆ ਗਿਆ ਸੱਸੇ ਦੇ ਥਾਂ 'ਤੇ। ਤੋ ਇਸ ਕਰਕੇ ਅੜਾੜੇ ਦੇ ਥਾਂ 'ਤੇ ਰਾਰਾ ਆ ਜਾਂਦਾ ਹੈ। ਜਿਵੇਂ ਲੜਾਈ ਸ਼ਬਦ ਹੈ, ਪਰ ਕਈ ਥਾਂ 'ਤੇ ਲੜਾਈ ਸ਼ਬਦ ਆ ਜਾਂਦਾ ਹੈ, ਉਹ ਫਲਾਣਾ ਲੜਾਈ ਕਰਦਾ ਹੈ। ਆ ਬਾਹਰ ਵਾਲੇ ਬੱਚੇ ਤਾਂ ਅੜਾੜਾ ਬੋਲਦੇ ਹੀ ਬੋਲੇ, ਲੜਾਈ ਕਹਿਣਗੇ, ਲੜਾਈ ਨਹੀਂ ਕਹਿੰਦੇ, ਉੱਥੇ ਡਾੜਾ ਆ ਗਿਆ। ਜਿਵੇਂ ਪੜੇ ਦੇ ਥਾਂ 'ਤੇ ਪਰੇ ਸ਼ਬਦ ਆਊਗਾ, ਸੰਤ ਸਰਨ ਜੋ ਜਨ ਪਰੇ, ਪੜੇ ਦੇ ਅਰਥ ਤਾਂ ਪੜੇ ਹੀ ਹੈ ਨਾ। ਕੋਈ ਜਨ ਹਰਸਿਓ ਦੇਵੇ ਜੋਰ, ਉੱਥੇ ਜੋੜ ਦਾ ਅਰਥ ਕੀ ਹੈ? ਜੋੜ, ਡਾੜਾ ਆ ਗਿਆ ਉੱਥੇ ਅਰਥ ਦੇ ਵਿੱਚ। ਇਸੇ ਤਰ੍ਹਾਂ ਇੱਥੇ ਵੀ ਜੋਰ ਸ਼ਬਦ ਵਿੱਚ ਰੂਹ ਦੀ ਥਾਂ 'ਤੇ ੜਾ ਹੈ। ਜੋੜ ਸ਼ਬਦ ਦਾ ਅਰਥ ਇਹ ਤਾਂ ਨਿਖਾ ਰਿਹਾ ਆਪਣੇ ਇੰਨਾ ਕੁ ਵੀ ਕੱਲ ਨੂੰ ਕੋਈ ਵੀ ਹੈ ਤਾਂ ਉੱਥੇ ਰਾਰਾ ਲੱਗ ਗਿਆ, ਇਹ ਡਾੜਾ ਕਿੱਥੋਂ ਲਾਤਾ ਇਹਨਾਂ ਨੇ, ਵੀ ਇਹ ਸੰਪਰਦਾ ਲੇਖਾ ਨਹੀਂ ਆਪਣੀ ਮਰਜ਼ੀ ਕਰਦੇ ਆ, ਹੋਰ ਹੈ। ਇਹ ਵਿਆਕਰਨ ਦੀ ਰੀਤ ਹੈ, ਇਹਦੇ ਅਨੁਸਾਰੋਂ ਅਰਥ ਚੱਲੇਗਾ। ਸੁਣੋ ਜੀ, ਆਖਣ ਆਖਣ ਜੋਰ ਚੁਪੈ ਨਹਿ ਜੋਰ। ਮਹਾਰਾਜ ਕਹਿੰਦੇ ਗੁਰਸਿੱਖੋ, ਆਖਣ ਕਹਿਣਾ, ਆਖੀ ਜਾਣ ਦੇ ਨਾਲ, ਕਹਿਣ ਦੇ ਨਾਲ ਪਰਮਾਤਮਾ ਦੇ ਨਾਲ ਜੋੜ ਮਿਲਾਪ ਨਹੀਂ ਹੁੰਦਾ। ਖਾਲੀ ਗੱਲਾਂ ਕਰਨ ਦੇ ਨਾਲ ਪ੍ਰਭੂ ਦੇ ਨਾਲ ਮਿਲਾਪ ਨਹੀਂ ਹੁੰਦਾ। ਉਵੇਂ ਜੋੜ ਦੀਆਂ ਗੱਲਾਂ ਤਾਂ ਕਰੀ ਜਾਵੇ, ਐਕਣ ਨਹੀਂ ਹੁੰਦਾ, ਗੱਲੀ ਜੋਗ ਨਾ ਹੋਏ। ਨਿਰਾ ਚੁੱਪ ਰਹਿਣ ਦੇ ਨਾਲ ਵੀ ਚੁੱਪੈ ਨਹਿ ਜੋਰ, ਚੁੱਪ ਰਹਿਣ ਦੇ ਨਾਲ, ਮੌਨ ਰੱਖਣ ਦੇ ਨਾਲ ਵੀ ਉਹਦਾ ਜੋੜ ਕਹੀਏ ਮਿਲਾਪ ਨਹੀਂ ਹੁੰਦਾ। ਇੱਥੇ ਜੋੜ ਦਾ ਫੇਰ ਜੋੜ ਮਿਲਾਪ ਨਹੀਂ ਹੁੰਦਾ, ਜੁੜਨਾ ਹੁੰਦਾ ਹੈ ਮਿਲਾਪ। ਕਿਉਂਕਿ ਜੇ ਐਸਾ ਹੋਵੇ, ਤਰਵਰ ਸਦੀਵ ਮੌਨ ਸਾਧੇ ਹੀ ਮਰਤ ਹੈ। ਬਿਰਛ ਬੋਲਦੇ ਨੇ ਕਿਤੇ, ਇਹ ਨਹੀਂ ਮਿਲ ਗਏ। ਤੋ ਅੱਗੇ ਫਰਮਾਨ ਕਰਦੇ ਹਨ, ਜੋਰ ਨਾ ਮੰਗਣ ਦੇਣ ਨਾ ਜੋਰ। ਨਿਰਾ ਮੰਗਣ ਦੇ ਨਾਲ, ਮੰਗਤੇ ਬਣ ਕੇ ਮੰਗੀ ਜਾਣਾ, ਪ੍ਰਭੂ ਦੇ ਨਾਲ ਜੋੜ ਮਿਲਾਪ ਨਹੀਂ ਹੁੰਦਾ। ਇਸ ਤਰ੍ਹਾਂ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ। ਘਰ ਘਰ ਮੰਗਤ ਲਾਜ ਨਾ ਲੱਗੇ, ਮੰਗਣ ਦੇ ਨਾਲ ਕੁਝ ਨਹੀਂ ਹੁੰਦਾ। ਮੰਗਤੇ ਵਰਗੇ ਫਿਰਦੇ ਆ, ਟੁਕੜ ਮੰਗਤੇ ਤੇ ਕਹਿਣਾ ਜੀ ਅਸੀਂ ਪ੍ਰਭੂ ਨੂੰ ਜੋੜ, ਉਹਦੇ ਨਾਲ ਮਿਲਾਪ ਕਰਨ ਵਾਸਤੇ ਜੋਗੀ ਬਣੇ ਆ, ਨਹੀਂ। ਤੇ ਫਿਰ ਦੇਣ ਦੇ ਨਾਲ, ਦੇਣ ਨਾ ਜੋੜ, ਇਹਦਾ ਅਰਥ ਕੀ ਹੈ? ਬਹੁਤਾ ਦਾਨ ਦੇਣ ਦੇ ਨਾਲ ਵੀ ਉਹਦੇ ਨਾਲ ਜੋੜ ਮਿਲਾਪ ਨਹੀਂ ਹੁੰਦਾ। ਨਾ ਤੂੰ ਆਵੇਂ ਬਸ ਬਹੁਤਾ ਦਾਨ ਦੇ। ਜੋਰ ਨਾ ਜੀਵਨ ਮਰਨ ਨਹਿ ਜੋਰ। ਬਹੁਤਾ ਲੰਬਾ ਜੀਵਨ ਜਿਉਣ ਦੇ ਨਾਲ ਉਸ ਪ੍ਰਭੂ ਦੇ ਨਾਲ ਜੋੜ ਕੇ ਇਹ ਮਿਲਾਪ ਨਹੀਂ ਹੁੰਦਾ। ਜੋਗਿਆ ਅਭਿਆਸੀ ਬਹੁਤ ਸਾਰੇ ਉਮਰਾਂ, ਲੱਖਾਂ ਵਰ੍ਹਿਆਂ ਦੀ ਉਮਰਾਂ ਕਰ ਲੈਂਦੇ ਨੇ। ਤੇ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਦੇ ਵਿੱਚ, ਤੇ ਭਾਈ ਗੁਰਦਾਸ ਸਾਹਿਬ ਜੀ ਨੇ ਪ੍ਰਮਾਣ ਦਿੱਤਾ ਹੈ, ਸੇਸ ਮਹੇਸ਼ ਬਖਾਨੀਆਂ ਚਿਰੰਜੀਵੀ ਹੋਏ ਸ਼ਾਂਤ ਨ ਆਵੇ। ਫਿਰ ਕਿਹੜਾ ਸ਼ਾਂਤੀ ਆ ਜਾਂਦੀ ਹੈ? ਨਾਗਾਂ ਕਾਗਾਂ ਦੀ ਲੱਖਾਂ ਵਰ੍ਹਿਆਂ ਦੀ ਉਮਰ ਹੈ। ਜੇ ਕੋਈ ਅੰਧ ਵਿਸ਼ਵਾਸੀ, ਇਹ ਦੂਸਰੀ ਪੰਕਤੀ ਅੱਧੀ ਹੈ ਨਾ, ਮਰਨ ਨਹਿ ਜੋਰ, ਰੱਬ ਦੇ ਸਿਰ ਚੜ੍ਹ ਕੇ ਮਰਨਾ ਚਾਹੇ, ਇਹ ਰੱਬਾ ਤੂੰ ਮੈਨੂੰ ਮਿਲ ਰਹੀ ਹੈ, ਮਰਨਾ ਚਾਹੁੰਦਾ, ਧੰਨੇ ਦੀ ਸਾਖੀ ਪੜ੍ਹ ਕੇ ਕਿਤੇ ਆਤਮਘਾਤੀ ਬਣ ਜਾਏ। ਧੰਨੇ ਦੀ ਤਾਂ ਹਜ਼ਾਰਾਂ ਜਨਮਾਂ ਦੇ ਪਿੱਛੇ ਤਪੱਸਿਆ ਸੀ ਭਾਈ, ਤਾਂ ਮਿਲੇ 8 ਪਹਿਰਾਂ 'ਚ। ਮਰ ਕੇ ਵੀ ਉਸ ਪ੍ਰਭੂ ਨਾਲ ਜੋੜ ਮਿਲਾਪ ਨਹੀਂ ਹੁੰਦਾ। ਲੋਕੀ ਕੰਸੀ ਵਿੱਚ ਜਾ ਕੇ ਆਰੇ ਨਾਲ ਆਪਣੇ ਆਪ ਨੂੰ ਚਰਵਾ ਕੇ ਮੰਨਦੇ ਮੁਕਤੀ ਹੋ ਜੂਗੀ। ਤੇ ਮਹਾਰਾਜ ਸਾਹਿਬ ਕਹਿੰਦੇ ਆਤਮਘਾਤੀ ਹੈ ਜਗਤ ਕਸਾਈ। ਮਨ ਕਾਮਨਾ ਤੀਰਥ ਜਾਏ ਬਸਿਓ, ਸਿਰ ਕਰਵਤ ਧਰਾਏ। ਮਨ ਕੀ ਮੈਲ ਨਾ ਉਤਰੈ, ਇਹ ਵਿਦ ਜੇ ਲਖ ਯਤਨ ਕਰਾਏ। ਨਿਮਕ ਨਿਮਕ ਕਰ ਸਰੀਰ ਘਟਾਵੇ, ਤੋ ਵੀ ਹੋਮੇ ਮੈਲ ਨਾ ਜਾਵੇ। ਨਹੀਂ ਇਸ ਤਰ੍ਹਾਂ ਮਰਨ ਨਾ ਜੋੜ, ਮਰਨ ਦੇ ਨਾਲ ਇਸ ਤਰ੍ਹਾਂ ਉਹਦੇ ਨਾਲ ਜੋੜ ਨਹੀਂ ਹੁੰਦਾ, ਮਿਲਾਪ ਨਹੀਂ ਹੁੰਦਾ ਰੱਬ ਦੇ ਨਾਲ। ਜੋਰ ਨਾ ਰਾਜ ਮਾਲ ਮਨਸੂਰ। ਰਾਜਿਆਂ ਦੀ ਤਰ੍ਹਾਂ ਮਾਲ ਹਾਥੀ ਘੋੜੇ
ਆਦਿਕ ਦੀ ਪ੍ਰਾਪਤੀ ਹੋ ਜਵੇ ਤੇ ਐਡਾ ਐਸ਼ੋ ਈਸ਼ਰ ਦਾ ਸਮਾਨ, ਉਹਦੇ ਨਾਲ ਕਿਹੜਾ ਫਿਰ ਜੋੜ ਮਿਲਾਪ ਹੋ ਜਾਊਗਾ ਵਾਹਿਗੁਰੂ ਦੇ ਨਾਲ। ਇਹ ਐਵੇਂ ਮਨ ਦਾ ਸ਼ੋਰ ਸ਼ਰਾਬਾ ਹੀ ਹੈ, ਮੈਂ ਧਨ ਪਾਤਰ ਹੋ ਜਾ, ਮੇਰੇ ਕੋਲ ਗੱਡੀਆਂ ਮੋਟਰਾਂ ਹੋਣ, ਮੈਂ ਰਾਜਾ ਬਣ ਜਾ, ਮੈਂ ਵਜ਼ੀਰ ਬਣ ਜਾ, ਹਾਥੀ ਘੋੜੇ ਹੋਣ। ਤੇ ਇਹ ਤਾਂ ਰਾਵਣ ਦੇ ਕੋਲ ਬਥੇਰਾ ਸੀ, ਹਰਨਾਕਸ਼ ਦੇ ਕੋਲ ਸੀ, ਇੰਦਰ ਵਰਗਿਆਂ ਕੋਲ ਬਥੇਰਾ ਹੈ। ਤੇ ਬਿਰਤੀ ਕੀ ਰੱਖਿਆ, ਜੋ ਰਾਜ ਦੇਹ ਤਾਂ ਕਵਨ ਵਡਾਈ। ਇਹ ਕਾਹਦੀ ਵਡਿਆਈ ਹੈ ਸੱਚੇ ਪਾਤਸ਼ਾਹ। ਜੋਰ ਨਾ ਸੁਰਤੀ ਗਿਆਨ ਵਿਚਾਰ। ਸੁਰਤੀ ਵੇਦ ਦੀਆਂ ਸੁਰਤੀਆਂ ਆਦ ਪੜ੍ਹਨ ਕਰਕੇ, ਸਾਂਖੀਆਂ ਦੇ ਗਿਆਨ ਵਿਚਾਰ ਕਰਕੇ, ਤੱਤਾਂ ਦੀ ਵਿਚਾਰ ਕਰਕੇ ਉਸ ਪਰਮੇਸ਼ਰ ਨਾਲ ਜੋੜ ਮਿਲਾਪ ਨਹੀਂ ਹੋ ਸਕਦਾ। ਇਹ ਸਾਂਖੀਆਂ ਦਾ ਮਤ ਐਸਾ ਹੈ। ਜੋਰ ਨਾ ਜੁਗਤੀ ਛੁਟੈ ਸੰਸਾਰ। ਜੁਗਤੀਆਂ ਸਿੱਖ ਕੇ ਪ੍ਰਭੂ ਦੇ ਨਾਲ ਜੋੜ ਮਿਲਾਪ ਨਹੀਂ ਹੁੰਦਾ, ਕਮਾਈ ਕਰਨੀ ਪੈਂਦੀ ਹੈ। ਬਥੇਰੇ ਜੁਗਤੀਆਂ ਦੱਸਣ ਵਾਲੇ ਫਿਰਦੇ ਆ, ਜੁਗਤੀਆਂ ਆ ਕੇ ਕਹਿੰਦੇ ਮੈਂ ਫਲਾਨਿਆਂ ਤੋਂ ਜੁਗਤੀ ਲੈ ਕੇ ਆਇਆ। ਇਹਦੇ ਨਾਲ ਮਿਲਾਪ ਨਹੀਂ ਹੁੰਦਾ। ਕਮਾਈ ਕਰਕੇ, ਪ੍ਰਭੂ ਨੂੰ ਪ੍ਰਸੰਨ ਕਰਕੇ, ਭਗਤੀ ਕਰਕੇ, ਪ੍ਰੇਮਾ ਭਗਤੀ ਕਰਕੇ ਹੁੰਦਾ ਹੈ। ਇਹਨਾਂ ਤੋਂ ਬੰਧਨ ਤੋਂ ਛੁਟਕਾਰਾ ਨਹੀਂ ਹੁੰਦਾ, ਛੋਟਾ ਛੁਟਕਾਰਾ ਨਹੀਂ ਹੁੰਦਾ, ਜੰਮਣ ਮਰਨ 'ਚ ਰਹਿੰਦਾ। ਫਿਰ ਸਤਿਗੁਰੂ ਜੀ ਕਿਰਪਾ ਕਰਕੇ ਦੱਸੋ ਭਾਈ ਲਹਿਣਾ ਜੀ ਕਹਿੰਦੇ ਫਿਰ ਮਿਲਾਪ ਹੁੰਦਾ ਕਿਵੇਂ ਹੈ। ਤਾਂ ਸਤਿਗੁਰੂ ਜੀ ਅੱਗੇ ਉੱਤਰ ਦੇ ਕੇ ਦੱਸਦੇ ਨੇ, ਜਿਸ ਹੱਥ ਜੋਰ ਕਰ ਵੇਖੈ ਸੋਏ। ਮਹਾਰਾਜ ਸਾਹਿਬ ਕਹਿੰਦੇ ਗੁਰਸਿੱਖੋ, ਜਿਹੜੇ ਪ੍ਰਭੂ ਦੇ ਹੱਥ ਵਿੱਚ ਜੋੜ ਮਿਲਾਪ ਕਰਾਉਣਾ ਉਹਦੇ ਹੱਥ ਵਿੱਚ ਹੈ। ਉਹ ਪ੍ਰਭੂ ਜੇਕਰ ਕੋਈ ਆਪਣਾ ਕਰਕੇ, ਇੱਥੇ ਕਰਨਾ ਕਰਕੇ, ਆਪਣੀ ਕਿਰਪਾ ਕਰਕੇ ਤੇ ਸਤਿਗੁਰੂ ਮਹਾਰਾਜ ਦਾ ਉਪਦੇਸ਼ ਕਿਸੇ ਸਿੱਖ ਨੂੰ ਦਵਾ ਦੇਣ ਆਪਣਾ ਸਮਝ ਕੇ, ਤੇ ਫਿਰ ਸਿੱਖ ਸਮਰਪਿਤ ਹੋ ਜਾਵੇ ਤਾਂ ਪ੍ਰਭੂ ਦੇ ਨਾਲ ਮਿਲਾਪ ਸੰਭਵ ਹੈ। ਜਾਂ ਫਿਰ ਜਿਸ ਦੇ ਹੱਥ ਵਿੱਚ ਕੋਈ ਜ਼ੋਰ ਬਲ, ਉਹ ਕਰਕੇ ਵੇਖ ਲਵੇ। ਭਾਵ ਹੋਰ ਕਿਸੇ ਤਰੀਕੇ ਨਾਲ ਜ਼ੋਰ ਕੀ ਇਹ ਮਿਲਾਪ ਹੋ ਹੀ ਨਹੀਂ ਸਕਦਾ ਵਾਹਿਗੁਰੂ ਦੇ ਨਾਲ। ਇਹ ਤਾਂ ਵਾਹਿਗੁਰੂ ਦੀ ਕਿਰਪਾ ਨਾਲੇ ਹੋ ਸਕਦਾ ਹੈ। ਉਹ ਉਦੋਂ ਮਿਲਦਾ ਜਦੋਂ ਆਪ ਮਿਲਣਾ ਚਾਹੇ, ਸਾਡੀ ਮਰਜ਼ੀ ਨਾਲ ਨਹੀਂ ਮਿਲਦਾ। ਇਸ ਕਰਕੇ ਫਰਮਾਨ ਕੀਤਾ ਹੈ, ਨਾਨਕ ਉਤਮ ਨੀਚ ਨ ਕੋਇ। ਹੇ ਗੁਰਸਿੱਖੋ, ਇਹ ਸਭ ਕੁਝ ਪ੍ਰਭੂ ਦੀ ਮਰਜ਼ੀ ਅਨੁਸਾਰ ਹੈ ਕਿ ਕਿਸ ਦਾ ਮਿਲਾਪ ਹੋਵੇਗਾ, ਕਿਸ ਦਾ ਨਹੀਂ ਹੋਣਾ। ਮਿਲਾਪ ਵਾਲੇ ਉੱਤਮ ਹੋ ਜਾਂਦੇ ਨੇ, ਬਿਨਾਂ ਮਿਲਾਪ ਵਾਲੇ ਮਨੁੱਖ ਨੀਚ ਰਹਿ ਜਾਂਦੇ ਨੇ। ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ, ਕੋਈ ਜੀਵ ਆਪਣੇ ਬਲ ਜਾਂ ਮਰਜ਼ੀ ਦੇ ਨਾਲ ਉੱਤਮ ਨਹੀਂ ਜਾਂ ਨੀਚ ਨਹੀਂ ਬਣ ਸਕਦਾ। ਪੂਰਵਲੇ ਕਰਮਾਂ ਅਨੁਸਾਰ, ਹੁਕਮ ਦੇ ਅਨੁਸਾਰ ਪ੍ਰਲਬਧ ਹੈ, ਉਹਦੇ ਅਨੁਸਾਰ ਉੱਤਮ ਗੁਣ, ਉੱਤਮ ਨੀਚਤਾਈ ਗੁਣਾ ਕਰਕੇ ਜਾਂ ਔਗਣਾ ਕਰਕੇ ਹੈ। ਤੇ ਇਸ ਪ੍ਰਕਾਰ ਫਿਰ ਮਹਾਰਾਜ ਸਾਹਿਬ ਜੀ ਨੇ ਫਿਰ ਸਿੱਖਾਂ ਨੇ ਪ੍ਰਸ਼ਨ ਕੀਤਾ ਹੈ ਕਿ ਗਿਆਨ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ, ਮਹਾਰਾਜ ਕਿਰਪਾ ਕਰਕੇ ਦੱਸੋ। ਫਿਰ ਹੁਣ ਤੀਸਰੇ ਹਰਥ ਵਿੱਚ ਮਹਾਰਾਜ ਸਾਹਿਬ ਜੀ ਉੱਤਰ ਦਿੰਦੇ ਨੇ, ਆਖਣ ਜੋਰ ਚੁਪੈ ਨਹਿ ਜੋਰ। ਸਤਿਗੁਰੂ ਜੀ ਜੋਰ, ਤੇ ਇਹਦੇ ਵਿੱਚ ਗਿਆਨ ਦਾ ਜਿਹੜਾ ਜੋਰ ਸ਼ਬਦ ਹੈ ਨਾ, ਇਹਨੂੰ ਸਮਝ ਲਓ ਵੀ ਗਿਆਨ ਅਰਥ ਜੋੜ ਕਿਉਂ ਕੀਤਾ ਹੈ। ਜੋੜ ਦਾ ਅਰਥ ਤਾਂ ਤਾਕਤ ਹੁੰਦਾ ਹੈ। ਚਲੋ ਜੋੜ ਦਾ ਅਰਥ ਜੋੜ ਕਰ ਲਿਆ, ਜੋੜ ਦਾ ਅਰਥ ਗਿਆਨ ਕਿਵੇਂ ਹੋ ਗਿਆ, ਇਹ ਸਮਝਣ ਵਾਲੀ ਗੱਲ ਹੈ। ਜੋੜ ਦਾ ਅਰਥ ਤਾਕਤ ਹੁੰਦਾ ਹੈ। ਤਾਕਤ ਦੇ ਰੂਪ ਵਿੱਚ ਜ਼ਾਹਰ ਕਰਦੇ ਹੋਏ ਕਹਿੰਦੇ ਜੋਰ ਸ਼ਬਦ ਦਾ ਅਰਥ ਗਿਆਨ ਕਿਉਂ ਕੀਤਾ ਹੈ। ਜਿਵੇਂ ਸਰੀਰਕ ਬਲ ਹੁੰਦਾ ਹੈ, ਦਿਮਾਗੀ ਬਲ ਹੁੰਦਾ ਹੈ, ਤੇ ਗਿਆਨ ਵੀ ਆਪਣੇ ਆਪ ਦੇ ਵਿੱਚ ਇੱਕ ਤਾਕਤ ਹੈ। ਤਾਂ ਗਿਆਨ ਦਾ ਅਰਥ ਜੋਰ ਹੈ। ਉਹ ਤਾਕਤ ਹੈ ਨਿਰੀ। ਕਿਹੜੀ ਤਾਕਤ? ਸਾਰਿਆਂ ਤਾਕਤਾਂ ਤੋਂ ਵੱਡੀ ਜਿਹੜੀ ਰੱਬ ਨੂੰ ਮਿਲਾ ਦੇਵੇ, ਬ੍ਰਹਮ ਗਿਆਨ। ਇਹ ਤਾਕਤ ਹੈ। ਇਸ ਕਰਕੇ ਇਹਦਾ ਅਰਥ ਸੰਪਰਦਾਇ ਗਿਆਨੀਆਂ ਨੇ ਗਿਆਨ ਕੀਤਾ ਹੈ। ਤੇ ਉਹ ਪਰਮੇਸ਼ਰ ਵਾਹਿਗੁਰੂ ਅੰਤਰਜਾਮੀ ਜਿਹੜਾ ਹੈ, ਕਹਿੰਦੇ ਉਸ ਨੂੰ ਆਖਣ ਜੋਰ ਚੁੱਪੇ ਨਹਿ ਜੋਰ। ਹੇ ਗੁਰਸਿੱਖੋ, ਕੇਵਲ ਮੂੰਹੋਂ ਗਿਆਨ ਦੀਆਂ ਗੱਲਾਂ ਆਖਣ ਕਹਿਣ ਨਾਲ, ਇੱਕ ਹੁੰਦਾ ਗਿਆਨ, ਇੱਕ ਹੁੰਦਾ ਗਿਆਨ ਦੀਆਂ ਗੱਲਾਂ, ਇੱਕ ਹੁੰਦਾ ਰੱਬ ਦਾ ਮਿਲਣਾ, ਇੱਕ ਹੁੰਦਾ ਰੱਬ ਦੇ ਮਿਲਣ ਦੀਆਂ ਗੱਲਾਂ। ਕੋਈ ਵੀ ਇੱਕ ਧਨ ਦੀਆਂ ਗੱਲਾਂ ਕਰਨੀਆਂ, ਇੱਕ ਧਨ ਮਿਲ ਜਾਣਾ, ਫਰਕ ਹੈ। ਕਹਿਣ ਦੇ ਨਾਲ ਗ੍ਰੰਥਾਂ ਦਾ ਵਿਖਿਆਨ, ਆਖਣ ਦੇ ਨਾਲ ਆਖਣ ਵਿਖਿਆਨ ਕਰ ਲਿਆ, ਜੋਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਤੇ ਚੁੱਪ ਰਹਿਣ ਦੇ ਨਾਲ, ਮੌਨ ਧਾਰਨ ਕਰਨ ਦੇ ਨਾਲ, ਇਹਦੇ ਨਾਲ ਵੀ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੋਰ ਨਾ ਮੰਗਣ ਦੇਣ ਨਾ ਜੋਰ। ਸਰਦਾ ਕਮਾਈ ਤੋਂ ਬਿਨਾਂ ਜੇ ਕੋਈ ਮੰਗਤਿਆ ਮੰਗੂ, ਮੰਗਣ ਮੰਗੇ ਮੈਨੂੰ ਗਿਆਨ ਪ੍ਰਾਪਤ ਹੋ ਜਾਏ ਜੀ, ਮੈਨੂੰ ਗਿਆਨ ਮਿਲ ਜਾਏ ਜੀ, ਇਹਦੇ ਨਾਲ ਵੀ ਜੋਰ ਗਿਆਨ ਪ੍ਰਾਪਤ ਨਹੀਂ ਹੁੰਦਾ। ਹੰਕਾਰ ਸਹਿਤ ਕੋਈ ਬਹੁਤਾ ਦਾਨ ਦੇਣਾ ਵੀ ਕਰੇ ਕਿ ਮੈਂ ਦਾਨ ਤਾਂ ਦਿੰਦਾ ਮੈਨੂੰ ਗਿਆਨ ਹੋ ਜਾਵੇ,
ਕੰਚਨ ਸਿਉ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਐ। ਇਹਦੇ ਨਾਲ ਵੀ ਨਹੀਂ ਮਿਲਦਾ ਗਿਆਨ। ਜੋਰ ਨਾ ਜੀਵਨ ਮਰਨ ਰਹਿ ਜੋਰ, ਚਿਰੰਜੀਵੀ ਹੋ ਕੇ ਲੰਮਾ ਜੀਵਨ ਕਿਸੇ ਦੇ ਕੋਲ ਹੋਵੇ। ਸੰਤੋਖਾ ਰਿਖੀ ਤ੍ਰੇਤੇ ਦਾ ਬੈਠਾ ਸੀ, ਗੁਰੂ ਅਰਜਨ ਦੇਵ ਜੀ ਨੇ ਕੱਢਿਆ, ਤੇ ਫਿਰ ਚਿਰੰਜੀਵੀ ਹੋ ਕੇ ਇੰਨੀ ਲੰਮੀ ਉਮਰ ਭੋਗ ਕੇ ਫਿਰ ਗਿਆਨ ਹੋ ਗਿਆ ਸੀ। ਗਿਆਨ ਗੁਰੂ ਅਰਜਨ ਦੇਵ ਜੀ ਨੇ ਕਰਾਇਆ। ਫੂਟੋ ਆਂਡਾ ਭਰਮ ਕਾ ਮਨੇ ਪਿਆ ਪ੍ਰਕਾਸ਼, ਉੱਥੇ ਕਰਾਇਆ ਨਾ ਮਹਾਰਾਜ ਨੇ। ਜੈ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਵੇਖਦੇ, ਇਹ ਸ਼ਬਦ ਉਚਾਰਨ ਕੀਤਾ, ਬ੍ਰਹਮ ਗਿਆਨ ਦਿੱਤਾ। ਗਿਆਨ ਐਕਣ ਲੰਮੀ ਉਮਰ ਦੇ ਨਾਲ ਪ੍ਰਾਪਤ ਨਹੀਂ ਹੁੰਦਾ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਮਾਲਵੇ ਦੇ ਇਲਾਕੇ ਵਿੱਚ ਜਾਂਦਿਆਂ ਹੋਇਆਂ, ਬਹਿਮੀ ਫਕੀਰ ਜਦ 5000 ਵਰ੍ਹੇ ਦੀ ਉਮਰ ਹੈ, ਫੇਕੜਾ ਮੁਕਤ ਹੋ ਗਿਆ ਸੀ ਉਹ। ਗੁਰੂ ਗੋਬਿੰਦ ਸਿੰਘ ਸਾਹਿਬ ਤੇ ਸ਼ੰਕਾ ਕੀਤੀ, ਸਿੱਖਾਂ ਨੂੰ ਦੇਖ ਕੇ ਕਹਿੰਦਾ ਕੌਣ ਹੈ? ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ। ਕਹਿੰਦੇ ਅੱਛਾ, ਨਾਂ ਤਾਂ ਬੜਾ ਸੁਣਿਆ, ਗੁਰੂ ਨਾਨਕ ਦੀ ਗੱਦੀ ਤੇ ਨ। ਕਹਿੰਦੇ ਆ ਤੁਹਾਡੇ ਪਹਿਲਾਂ ਦੇਖਿਆ ਵੀ ਸਿਪਾਹੀ ਹੋਣਗੇ ਕਿਤੇ। ਕਹਿੰਦਾ ਤੁਸੀਂ ਐਡੀਆਂ ਐਡੀਆਂ ਕਿਰਪਾਨਾਂ 3-3 ਫੁੱਟ ਪਾਈ ਫਿਰਦੇ ਹੋ, ਇਹ ਤਾਂ ਸਿਪਾਹੀਆਂ ਦੇ ਹੁੰਦੀਆਂ ਹਨ। ਕਹਿੰਦੇ ਜੀ ਗੁਰੂ ਨੇ ਸਾਡੇ ਪਵਾਈਆਂ ਨੇ। ਕਹਿੰਦੇ ਗੁਰੂ ਦੇ ਵੀ ਪਾਈ ਹੋਈ ਆ? ਕਹਿੰਦੇ ਹਜੇ ਗੁਰੂ ਦੇ ਨਾ ਹੋਵੇ ਸਾਡੇ ਥੋੜ੍ਹੀ ਹੁੰਦੀਆਂ ਸੀ ਫਿਰ ਸ੍ਰੀ ਸਾਹਿਬ। ਕਹਿੰਦਾ ਓਹੋ, ਕਹਿੰਦਾ ਮੈਂ ਤਾਂ ਕਿਹਾ ਵੀ ਕਿਤੇ ਵੀ ਗੁਰੂ ਨਾਨਕ ਦੀ ਗੱਦੀ ਹੈ। ਕਹਿੰਦਾ ਇਹ ਤਾਂ ਲੜਾਕਾ ਹੈ, ਫਿਰ ਤਾਂ ਇਹ ਤਾਂ ਯੁੱਧ ਕਰਦਾ ਹੈ, ਲੋਕਾਂ ਨੂੰ ਮਾਰਦਾ ਹੈ। ਇਹੋ ਜਿਹੀ ਸ਼ੰਕਾ ਕਰ ਲਈ, ਪਰ ਮਨ ਦੇ ਵਿੱਚ ਆਈ, ਕਹਿੰਦੇ ਚਲੋ ਨੇੜੇ ਆਏ ਵੇ ਨਾ, ਗੁਰੂ ਨਾਨਕ ਦੀ ਗੱਦੀ ਆਪਾਂ ਮਿਲ ਲੈਂਦੇ, ਦੇਖ ਤਾਂ ਲੈਂਦੇ। ਜਦ ਆਇਆ ਨੇੜੇ, ਮਹਾਰਾਜ ਸਾਹਿਬ ਜੀ ਕਹਿੰਦੇ ਆਓ ਜੋਗੀ ਜੀ। ਕਹਿਣ ਲੱਗੇ ਤੁਹਾਡੇ ਮਨ ਦੇ ਵਿੱਚ ਇਹ ਸ਼ੰਕਾ ਹੈ, ਲੰਮੀ ਉਮਰ ਦਾ ਮਾਣ ਹੈ। ਮਹਾਰਾਜ ਕਹਿੰਦੇ ਤੈਨੂੰ ਪੁਰਾਣਾ ਖੱਲੜ ਜਿਹੜਾ ਇਹ ਪਸੰਦ ਹੈ? ਕਹਿੰਦੇ ਸਾਨੂੰ ਨਵੀਂ ਪੋਸ਼ਾਕ ਪਸੰਦ ਹੈ। ਇਹ ਜਿਸਮ ਪੋਸ਼ਾਕ ਹੀ ਆ, ਕਹਿੰਦੇ ਮੈਂ ਨਵੀਂ ਪੋਸ਼ਾਕ ਬੈਠਾ। ਕਹਿੰਦੇ ਗਿਆਨ ਤਾਂ ਨਾ ਬੁੱਢਾ ਹੁੰਦਾ ਨਾ ਜਵਾਨ ਹੁੰਦਾ ਹੈ, ਬ੍ਰਹਮ ਗਿਆਨ ਬਖਸ਼ ਦਿੱਤਾ, ਅੰਮ੍ਰਿਤ ਛਕ ਕੇ ਸਿੰਘ ਸਜਿਆ ਫਿਰ ਉਹ। ਲੰਮੀ ਉਮਰ ਦੇ ਨਾਲ ਕੋਈ ਗਿਆਨ ਥੋੜ੍ਹੀ ਹੋ ਜਾਂਦਾ। ਤੇ ਇਸ ਕਰਕੇ ਕੋਈ ਖੁਦਕੁਸ਼ੀ ਕਰਕੇ ਮਰੇ, ਕਾਂਸੀ ਵਿੱਚ ਆਰੇ ਨਾ ਚਰਵਾ ਕੇ ਮਰੇ, ਇਹਦੇ ਨਾਲ ਵੀ ਉਸ ਨੂੰ ਗਿਆਨ ਨਹੀਂ ਹੋ ਜਾਂਦਾ ਹੈ। ਜੋ ਨ ਰਾਜ ਮਾਲ ਵਰ ਸੋਰ, ਜੋਰ ਨਾ ਰਾਜ ਮਾਲ ਜਿੱਥੇ ਲਾਇਆ ਵਿਸਰਾਮ। ਭਾਈ ਧਿਆਨ ਰੱਖਣੇ ਤੁਸੀਂ ਪੋਥੀਆਂ ਵਾਲੇ ਵਿਸਰਾਮਾਂ ਦਾ, ਖਾਸ ਕਰਕੇ ਪਾਠ ਬੋਧ ਦੇ ਨਾਲ ਨਾਲ ਇੱਥੇ ਅਰਥ ਬੋਧ ਹੈ, ਦੋਨੇ ਗੱਲਾਂ। ਰਾਜ ਪ੍ਰਾਪਤ ਹੋ ਜਾਵੇ, ਅਨੇਕਾਂ ਹਾਥੀ ਘੋੜੇ ਊਠ ਆਦਿਕ ਹਾਥੀ ਮਿਲ ਗਏ, ਘੋੜੇ ਮਿਲ ਗਏ, ਰਸ ਬਗੀਆਂ ਮਿਲ ਗਈਆਂ, ਇਹਦੇ ਨਾਲ ਗਿਆਨ ਨਹੀਂ ਪ੍ਰਾਪਤ ਹੁੰਦਾ। ਉਹਨਾਂ ਦੇ ਮਨ ਦੇ ਸੰਕਲਪਾਂ ਦਾ ਸ਼ੋਰ ਸ਼ਰਾਬਾ ਰੌਲਾ ਰੱਪਾ ਜ਼ਰੂਰ ਹੋਊਗਾ ਬਹੁਤਾ। ਮਨ ਦੇ ਸ਼ੋਰ ਸ਼ਰਾਬੇ ਨਾਲ, ਸੰਕਲਪ ਵਿਕਲਪ ਉਠਾਉਣ ਦੇ ਨਾਲ ਤੇ ਵਿਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ ਹੈ। ਜੋਰ ਨਾ ਸੁਰਤੀ ਗਿਆਨ ਵਿਚਾਰ, ਸੁਰਤੀ ਵੇਦ ਦੀਆਂ ਸੁਰਤੀਆਂ ਪੜ੍ਹਨ ਨਾਲ ਜਾਂ ਯਾਦ ਕਰਨ ਨਾਲ, ਪਤੰਜਲੀਆਂ ਵਾਂਗ ਸੁਰਤੀ ਟਿਕਾਉਣ ਨਾਲ, ਇਹਦੇ ਨਾਲ ਵੀ ਗਿਆਨ। ਸਾਖ ਮਤ ਵਾਲਿਆਂ ਤੱਤਾਂ ਦਾ ਗਿਆਨ ਸਿੱਖ ਲੈਣ ਦੇ ਨਾਲ, ਇਹ ਸਾਖ ਮਤ ਵਾਲੇ ਕਾਲਵਾਦੀ ਨੇ, ਨਾਨਾ ਪ੍ਰਕਾਰ ਦੀ ਵਿਚਾਰ ਕਰਨ ਦੇ ਨਾਲ ਜ਼ੋਰ ਗਿਆਨ ਨਹੀਂ ਪ੍ਰਾਪਤ ਹੁੰਦਾ। ਵੇਦਾਂ ਦੀਆਂ ਸੁਰਤੀਆਂ ਪੜ੍ਹ ਪੜ੍ਹ ਕੇ ਗਿਆਨ ਦੀ ਵਿਚਾਰ ਕਰਨ ਦੇ ਨਾਲ ਵੀ ਜ਼ੋਰ ਕੀ ਹੈ, ਗਿਆਨ ਪ੍ਰਾਪਤ ਨਹੀਂ ਹੁੰਦਾ ਹੈ। ਤੋ ਅੱਗੇ ਦੱਸਦੇ ਹਨ, ਜੋਰ ਨਾ ਜੁਗਤੀ ਛੁਟੈ ਸੰਸਾਰ, ਜੇ ਜੁਗਤੀਆਂ ਨਿਆਇਕ ਵਾਲੀਆਂ, ਨਿਆਇ ਸ਼ਾਸਤਰ ਵੀ ਜੁਗਤੀਆਂ ਨੇ, ਜੁਗਤੀ ਪ੍ਰਧਾਨ ਹੈ, ਜੇ ਉੱਥੋਂ ਸਿੱਖ ਲਈਆਂ, ਅਸੀਂ ਸੰਸਾਰ ਵੱਲੋਂ ਜੀ ਛੁੱਟੇ ਹੋਏ ਹਾਂ, ਕਹਿਣ ਨਾਲ ਥੋੜ੍ਹੀ ਛੁੱਟ ਜਾਈਦਾ। ਜੋਰ ਗਿਆਨ ਇਸ ਤਰ੍ਹਾਂ ਨਹੀਂ ਪ੍ਰਾਪਤ ਹੁੰਦਾ। ਫਿਰ ਸਿੱਖਾਂ ਨੇ ਕਿਹਾ ਮਹਾਰਾਜ ਕਿਰਪਾ ਕਰਕੇ ਦੱਸੋ, ਆਪ ਜੀ ਨੇ ਬਹੁਤ ਕੁਝ ਗਿਣਾ ਦਿੱਤਾ ਹੈ, ਇਹ ਤਾਂ ਯਾਦ ਰਹਿਣਾ ਵੀ ਸਾਡੇ ਔਖਾ ਹੈ। ਜਿਹਦੇ ਨਾਲ ਜੋਰ ਕੀ ਹੈ, ਗਿਆਨ ਪ੍ਰਾਪਤ ਹੋ ਸਕਦਾ ਹੈ, ਕਿਰਪਾ ਕਰਕੇ ਸਾਨੂੰ ਫਿਰ ਉਨਾ ਕੁ ਦੱਸ ਦਿਓ ਵੀ ਇਹਦੇ ਨਾਲ ਗਿਆਨ ਹੁੰਦਾ ਹੈ। ਜੇ ਇੰਨੀਆਂ ਗੱਲਾਂ ਨਾ ਯਾਦ ਰੱਖੀਆਂ, ਅਸੀਂ ਉਹ ਗੱਲ ਯਾਦ ਰੱਖ ਲਾਂਗੇ। ਫਿਰ ਮਹਾਰਾਜ ਨੇ ਅਖੀਰ ਦੀਆਂ ਤੁਕਾਂ ਵਿੱਚ ਫਰਮਾਨ ਕਰਦੇ ਹਨ, ਜਿਸ ਹੱਥ ਜੋਰ ਕਰ ਵੇਖੈ ਸੋਏ, ਕਹਿੰਦੇ ਜਿਸ ਦੇ ਅੰਤਸ਼ਕਰਨ ਰੂਪੀ ਹੱਥ ਵਿੱਚ, ਇਹ ਧਿਆਨ ਰੱਖਿਆ, ਅੰਤਸ਼ਕਰਨ ਰੂਪੀ ਹੱਥ ਦੇ ਵਿੱਚ ਜੋਰ ਕੀ ਆ, ਅਪਰੋਖ ਬ੍ਰਹਮ ਗਿਆਨ ਉਹਨੂੰ ਪ੍ਰਾਪਤ ਹੋ ਗਿਆ ਗੁਰੂ ਦੀ ਕਿਰਪਾ ਨਾਲ। ਸੋਏ ਉਸ ਰੂਪ ਦੇ ਤਾਈਂ ਪ੍ਰਗਟ ਕਰਕੇ ਵੇਖ ਲੈਂਦਾ ਹੈ। ਜਿਸ ਨੂੰ ਜੋਰ ਗਿਆਨ ਪ੍ਰਾਪਤ ਹੋ ਜਾਂਦਾ, ਜਿਸ ਨੂੰ ਜੋਰ ਗਿਆਨ ਪ੍ਰਾਪਤ ਹੋ ਜਾਂਦਾ ਹੈ, ਕਹਿੰਦੇ ਉਹ ਕੀ ਕਰਦਾ, ਹੱਥ ਕਰ ਵੇਖੈ ਸੋਏ, ਅਨਵੇ ਲਾ ਲੈਣੀ ਇਹਦੇ 'ਚ। ਜਿਵੇਂ ਹੱਥ ਦੇ ਕਰ, ਹੱਥ ਨੂੰ ਵੀ ਹੱਥ ਕਹਿੰਦੇ ਨੇ, ਕਰ ਨੂੰ ਵੀ ਹੱਥ ਕਹਿੰਦੇ। ਹੱਥ ਦੇ ਹੱਥ ਤਾਂ ਦੋਨੇ ਜੁੜ ਗਏ ਨਾ, ਐਂ ਜੀਵ ਤੇ ਈਸ਼ਵਰ ਜੁੜ ਜਾਂਦਾ ਹੈ ਬ੍ਰਹਮ ਗਿਆਨ ਦੁਆਰਾ। ਇਸ ਤਰੀਕੇ ਨਾਲ ਪਰਮਾਤਮਾ ਸਾਖਸ਼ਾਤ ਹੋ ਜਾਂਦਾ ਹੈ। ਤੇ ਇਸ ਕਰਕੇ ਜਿਵੇਂ ਹੱਥ ਦੇ ਹੱਥ ਨਾਲ ਮਿਲ ਗਿਆ, ਆਤੀ ਅੰਤ ਇੱਕ ਦੂਜੇ ਦੇ ਸਮੀਪ ਹੋ ਗਏ, ਨੇੜੇ ਹੋ ਗਏ ਦੋਨੇ ਹੱਥ। ਇਸ ਪ੍ਰਕਾਰ ਮਹਾਰਾਜ ਸਾਹਿਬ ਵੀ ਕਹਿੰਦੇ ਨੇ, ਉਹ ਫਿਰ ਜਿਸ ਹੱਥ ਜੋਰ, ਹੱਥ ਇੱਕ ਸੱਜਾ ਮੰਨ ਲਓ ਖੱਬਾ, ਕਰ
ਉਹ ਜਿਵੇਂ ਇੱਕ ਦੂਜੇ ਨੂੰ ਮਿਲਦੇ, ਐਵੇਂ ਜੀਵ ਈਸ਼ ਦੀ ਏਕਤਾ ਇਉਂ ਹੁੰਦੀ ਆ ਬ੍ਰਹਮ ਗਿਆਨ ਦੁਆਰਾ। ਨਾਨਕ ਉਤਮ ਨੀਚ ਨਾ ਕੋਏ। ਗੁਰੂ ਸਾਹਿਬ ਜੀ ਨੇ ਕਿਹਾ, ਗੁਰੂ ਸਿੱਖੋ, ਉਸ ਪੁਰਖ ਦੀ ਦ੍ਰਿਸ਼ਟੀ ਜਿਹੜਾ ਬ੍ਰਹਮ ਗਿਆਨੀ ਹੋ ਗਿਆ, ਉੱਤਮ ਜਾਂ ਨੀਚ ਕੋਈ ਵੀ ਨਹੀਂ ਹੈ। ਫਿਰ ਉਹ ਤਾਂ ਸਾਰੇ ਬ੍ਰਹਮ ਦ੍ਰਿਸ਼ਟੀ ਹੋ ਗਈ। ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ, ਜਤਰ ਜਤਰ ਮਨੋ ਜਾਤੀ, ਤਤਰ ਤਤਰ ਬ੍ਰਹਮ ਦ੍ਰਿਸ਼ਟਾਤੀ ਹੋ ਗਈ। ਉਹ ਉੱਤਮ ਬ੍ਰਹਮ ਦ੍ਰਿਸ਼ਟੀ ਵਾਲਾ, ਉਹਨੂੰ ਬ੍ਰਹਮੇ ਦ੍ਰਿਸ਼ਟੀ ਆ ਰਿਹਾ ਹੈ। ਨੀਚਤਾਈ ਵਾਲੀ ਦ੍ਰਿਸ਼ਟੀ ਨਹੀਂ ਰਹੀ। ਆਪਣੇ ਆਪ ਕੋਈ ਉੱਤਮ ਜਾਂ ਨੀਚ ਨਹੀਂ ਹੈ। ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤਿਸ ਦਾ ਭਾਣਾ। ਆਪਣੀ ਤਾਕਤ ਨਾਲ ਕੋਈ ਉੱਤਮ ਪੁਰਸ਼ ਨੀਚ ਨਹੀਂ ਹੋ ਸਕਦਾ, ਕੋਈ ਨੀਚ ਪੁਰਸ਼ ਉੱਤਮ ਨਹੀਂ ਹੋ ਸਕਦਾ। ਜਿਹੋ ਜੀ ਕਰਨੀ ਉਹੋ ਜਿਹਾ ਫਲ ਮਿਲਦਾ ਹੈ। ਕਹਿੰਦੇ ਪਰਮਾਤਮਾ ਦੀ ਬੰਦਗੀ ਕਰੀ ਚੱਲੋ ਤੇ ਪਰਮਾਤਮਾ ਆਪ ਹੀ ਗਿਆਨ, ਨਾਮ ਦੁਆਰਾ ਗਿਆਨ ਬਖਸ਼ੂਗਾ, ਭਗਤੀ ਦੁਆਰਾ। ਹੁਣ ਇਹਦੀਆਂ ਪਿਛਲੀਆਂ 3 ਤੁਕਾਂ ਦਾ ਅਰਥ, ਜਿਹੜੇ ਪਿਛਲੀਆਂ 3 ਤੁਕਾਂ, ਜੋਰ ਨਾ ਜੁਗਤੀ, ਫੇਰ ਚਲੋ ਜੀ। ਜੋਰ ਨਾ ਜੁਗਤੀ ਛੁਟੈ ਸੰਸਾਰ। ਤੇ ਮਹਾਰਾਜ ਕਹਿੰਦੇ ਜੁਗਤੀਆਂ ਨਾਲ ਜੋਰ ਗਿਆਨ ਨਹੀਂ ਹੋ ਸਕਦਾ। ਛੁਟੈ ਸੰਸਾਰ ਕਿਵੇਂ ਹੁੰਦਾ ਹੈ? ਸੰਸਾਰ ਦਾ ਮੋਹ ਤੇ ਹੰਗਤਾ, ਇਹਨਾਂ ਵੱਲੋਂ ਛੁੱਟ ਜਾਵੇ। ਇਹ ਦੋਨੇ ਕੰਮ ਔਖੇ ਨੇ। ਸੰਸਾਰ ਦਾ ਮੋਹ ਵੀ, ਪੰਕ ਜੋ ਮੋਹ ਪਗਨੀ ਚਾਲੈ ਹਮ ਦੇਖਤ ਹੈ ਡੂਬੀ ਵਾਲੇ, ਡੁੱਬਣ ਵਾਲਾ। ਹੰਗਤਾ ਮਮਤਾ ਤਿਆਗਣੀ ਕਿਹੜਾ ਸੌਖੀ ਹੈ? ਸਰੀਰ ਤਿਆਗਣਾ ਸੌਖਾ, ਹੰਗਤਾ ਤਿਆਗਣੀ ਸੌਖੀ ਨਹੀਂ ਹੈ। ਇਹ ਤਾਂ ਨਾਲੇ ਜਾਂਦੀ ਹੈ। ਪਰ ਜਿਹਦੀ ਹੰਗਤਾ ਮਿਟ ਗਈ, ਫਿਰ ਉਹ ਪਰਮੇਸ਼ਰ ਸਰੂਪ ਹੋ ਜਾਂਦਾ ਹੈ। ਹਿਰਦੇ ਵਿੱਚ ਹੰਕਾਰ ਨਾ ਰਹੇ, ਫਿਰ ਗਿਆਨ ਹੋ ਸਕਦਾ ਹੈ। ਗਿਆਨ ਤਾਂ ਹੀ ਹੋਊਗਾ ਜੇ ਮੋਹ ਤੇ ਹੰਗਤਾ ਛੁੱਟ ਗਈ ਜਾਵੇ। ਸਤ ਜੋਰ ਕਰ ਵੇਖੈ ਸੋਏ। ਕਹਿੰਦੇ ਭਾਈ, ਜਿਸ ਸਤਿਗੁਰੂ ਬ੍ਰਹਮ ਬੇਤੇ ਦੇ ਹੱਥ ਬ੍ਰਹਮ ਗਿਆਨ ਰੂਪੀ ਜੋਰ ਬਲ ਹੈ, ਬ੍ਰਹਮ ਗਿਆਨੀ ਦੇ ਹੱਥ 'ਚ ਹੈ, ਸਤਿਗੁਰਾਂ ਦੇ ਹੱਥ ਵਿੱਚ ਹੈ। ਉਹ ਜਿਸ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਵੇਖੈ, ਵੇਖਣ ਨਾਨਕ ਨਜ਼ਰੀ ਨਜ਼ਰ ਨਿਹਾਲ ਕਰ ਦਿੰਦੇ ਨੇ, ਉਹ ਪੁਰਸ਼ ਗਿਆਨ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਉਹਨੂੰ ਉਸੇ ਵੇਲੇ ਗਿਆਨ ਹੋ ਜਾਂਦਾ ਹੈ। ਤੇ ਜਿਸ ਕਰਕੇ ਸਤਿਗੁਰੂ ਜੋਰ ਗਿਆਨ ਬਖਸ਼ਣ, ਜਿਵੇਂ ਹੱਥ ਤੇ ਕਰ ਹੱਥ ਧਰ ਕੇ ਵੇਖ ਲਈਦਾ, ਇਉਂ ਉਹ ਹਸਤਾਮਨ ਗਿਆਨ ਹੋ ਜਾਂਦਾ ਹੈ। ਉਹ ਆਪਣੇ ਸਰੂਪ ਨੂੰ ਵੇਖ ਲੈਂਦਾ ਹੈ। ਕੌਡੇ ਰਾਕਸ਼ ਨੂੰ ਕਿਹੜੇ ਵੇਦ ਗ੍ਰੰਥ ਕਢਾਏ ਸੀ? ਭੂਮੀਏ ਚੋਰ ਨੂੰ ਕਿਹੜੇ ਬਖਸ਼ੇ ਮਹਾਰਾਜ ਨੇ? ਸੱਜਣ ਠੱਗ ਇੱਕ ਦ੍ਰਿਸ਼ਟੀ ਕਰਦੇ ਰਹੇ, ਦੇਵਲੂਤ ਵਰਗੇ ਰਾਕਸ਼ ਨਹੀਂ ਤਾਰ ਦਿੱਤੇ। ਸਤਿਗੁਰੂ ਦੀ ਕਿਰਪਾ ਦੇ ਨਾਲ ਗਿਆਨ ਹੋਏਗਾ। ਗੁਰ ਕਿਰਪਾ ਜੈ ਨਰ ਕੋ ਕੋਈ ਨਹੀਂ, ਤੇ ਇਹ ਜੁਗਤ ਪਛਾਨੀ ਨਾਨਕ ਲੀਨ ਪਿਓ ਗੋਬਿੰਦ ਸਿੰਘ ਜੂ ਪਾਣੀ ਸੰਗ ਪਾਣੀ। ਹੁਣ ਅਖੀਰਲੀ ਤੁਕ ਦੁਆਰਾ ਦੱਸਦੇ ਹਨ ਜੇ, ਨਾਨਕ ਉਤਮ ਨੀਚ ਨਾ ਕੋਏ। ਤੇ ਮਹਾਰਾਜ ਸਾਹਿਬ ਜੀ ਕਹਿੰਦੇ, ਨਾਨਕ ਉੱਤਮ ਨੀਚ ਨਾ ਕੋਈ। ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ, ਉਸ ਬ੍ਰਹਮ ਬੇਤੇ ਦੀ ਦ੍ਰਿਸ਼ਟੀ ਕੈਸੀ ਹੈ? ਸਮ ਦ੍ਰਿਸ਼ਟੀ ਹੈ। ਉਹਦੇ 'ਚ ਕੋਈ ਉੱਤਮ ਸਤੋਗੁਣ ਵਾਲਾ, ਕੋਈ ਨੀਚ ਤਮੋਗੁਣ ਵਾਲਾ ਐਸਾ ਨਹੀਂ ਦਿਸਦਾ। ਉਹ ਬ੍ਰਹਮ ਰੂਪ ਕਰਕੇ ਹੀ ਸਾਰਿਆਂ ਨੂੰ ਦੇਖਦਾ ਹੈ। ਐਸਾ ਬ੍ਰਹਮ ਗਿਆਨ ਦਾ ਫਲ ਹੈ। ਤੇ ਇਹ ਜਿਹੜੀ 33ਵੀਂ ਪੌੜੀ ਸੀ, ਇਹਦੇ 'ਚ ਮਹਾਰਾਜ ਸਾਹਿਬ ਜੀ ਨੇ ਕੀ ਕਥਨ ਕੀਤਾ, ਇਹਦਾ ਸਿਧਾਂਤ ਆਪਾਂ ਵਿਚਾਰ ਲਈਏ, ਕਿਉਂਕਿ ਸਮਾਪਤੀ ਦਾ ਸਮਾਂ ਬਿਲਕੁਲ ਨੇੜੇ ਪਹੁੰਚ ਗਿਆ ਹੈ। ਤੇ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਦੂਸਰੀ ਭੂਮਿਕਾ ਸੁਵਿਚਾਰਨਾ, ਜਿਹੜੀ ਮੰਨਣ ਰੂਪ ਕਥਨ ਕੀਤੀ ਹੈ ਇੱਕ ਤਾਂ ਇਹਦੇ ਵਿੱਚ। ਸੁਵਿਚਾ ਸੋ ਵਿਚਾਰਨਾ ਤਨੂੰ ਮਨਸਾ, ਇਹ ਨਾਲ ਨਾਲ ਜਿਵੇਂ ਚੱਲਦੇ ਸਮਝਦੇ ਜਾਣਾ ਹੈ। ਤੇ ਹਉਮੈ ਦਾ ਤਿਆਗ ਦੱਸਿਆ। ਆਪਣੇ ਜ਼ੋਰ ਨਾਲ ਕੁਝ ਵੀ ਪ੍ਰਾਪਤ ਨਹੀਂ ਹੋ ਸਕਦਾ। ਨਾ ਜ਼ੋਰ ਕਰਕੇ ਬੋਲਿਆ ਜਾ ਸਕਦਾ ਹੈ, ਨਾ ਜ਼ੋਰ ਕਰਕੇ ਚੁੱਪ ਰਿਹਾ ਜਾ ਸਕਦਾ ਹੈ। ਮੰਗਣ ਤੇ ਦੇਣ ਨਾਲ ਵੀ ਜ਼ੋਰ ਆਪਣਾ ਬਲ ਨਹੀਂ ਚੱਲਦਾ। ਜੀਵਨ ਤੇ ਮਰਨ ਵਿੱਚ ਵੀ ਕਿਸੇ ਪ੍ਰਕਾਰ ਦਾ ਸਾਡਾ ਜ਼ੋਰ ਨਹੀਂ ਚੱਲਦਾ। ਆਪਣੀ ਮਰਜ਼ੀ ਨਾਲ ਕੋਈ ਜ਼ੋਰ ਕਰਕੇ ਜਿਉਂਦਾ ਨਹੀਂ ਰਹਿ ਸਕਦਾ। ਕੋਈ ਆਪਣੀ ਮਰਜ਼ੀ ਦੇ ਨਾਲ ਮਰ ਵੀ ਨਹੀਂ ਸਕਦਾ। ਬਹੁਤ ਸਾਰੀਆਂ ਮਿਸਾਲਾਂ ਨੇ ਕਿ ਕਿਸੇ ਨੇ ਜ਼ਹਿਰ ਖਾਧੀ, ਆਹ ਦੁਆਬੇ ਦੀ ਗੱਲ ਹੈ, ਜ਼ਹਿਰ ਖਾਧੀ ਮਰਨ ਵਾਸਤੇ ਤੰਗ ਹੋ ਕੇ। 2 ਘਰ ਵਾਲੀਆਂ ਸੀ ਤੇ ਉਹ ਮਰਨ ਦੇ ਥਾਂ ਤੇ ਸਮਾਂ ਉਹਦੀ ਬਿਮਾਰੀ ਠੀਕ ਹੋ ਗਈ। ਉਹਨੂੰ ਇੱਕ ਬਿਮਾਰੀ ਲੱਗੀ ਹੋਈ ਸੀ। ਇੱਕ ਬੜੀ ਖੇਡ ਵਰਤੀ ਹੈ, ਕਿਉਂਕਿ ਜਿਹਨੂੰ ਪ੍ਰਮਾਤਮਾ ਜ਼ਹਿਰ ਉਹ ਜਿਹੜੀ ਮਾਰ ਦੇਵੇ, ਉਹਨੇ ਮਾਰਿਆ ਤਾਂ ਹੈ ਨਹੀਂ, ਬਿਮਾਰੀ ਠੀਕ ਕਰ ਦਿੱਤੀ। ਬੇਹੋਸ਼ ਜ਼ਰੂਰ ਹੋ ਗਿਆ ਸੀ, ਹਸਪਤਾਲ ਠੀਕ ਹੋ ਗਿਆ, ਜਿਉਂਦਾ ਰਿਹਾ, ਸੰਤਾਨ ਹੋਈ ਫਿਰ। ਤੋ ਇਸ ਕਰਕੇ ਮਰ ਨਹੀਂ ਕੋਈ ਸਕਦਾ। ਰਾਜ ਤੇ ਮਾਲ ਧਨ ਪ੍ਰਾਪਤ ਕਰਨ ਵਿੱਚ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਹ ਮਨ ਦਾ ਹੀ ਸ਼ੋਰ ਸ਼ਰਾਬਾ ਹੈ। ਬਲ ਕਰਕੇ ਕਿਸੇ ਦਾ ਰਾਜ ਮਾਲ ਖੋਹਣਾ ਨਹੀਂ ਹੋ ਸਕਦਾ। ਤੇ ਵੇਦਾਂ ਦੀਆਂ ਸੁਰਤੀਆਂ ਗਿਆਨ ਵਿਚਾਰ ਵਿੱਚ ਵੀ ਕਿਸੇ ਦਾ ਜ਼ੋਰ ਨਹੀਂ। ਜੁਗਤੀਆਂ ਦੇ ਜ਼ੋਰ ਨਾਲ ਵੀ ਕੋਈ ਸੰਸਾਰ ਵਿੱਚੋਂ ਛੁੱਟ ਨਹੀਂ ਸਕਦਾ। ਕਿਸੇ ਪ੍ਰਕਾਰ ਕੇਵਲ ਕਹਿਣ ਮਾਤਰ ਕਰਕੇ, ਮੰਗਣ ਕਰਕੇ, ਦਾਨ ਦੇਣ ਕਰਕੇ, ਬਹੁਤਾ ਚ ਜਿਉਣਾ ਰਹਿਣ ਕਰਕੇ, ਆਤਮਘਾਤ ਕਰਕੇ, ਰਾਜ ਦੇ ਮਾਲ ਹਾਥੀ ਘੋੜੇ ਧਨ ਪ੍ਰਾਪਤ ਕਰਕੇ, ਨਿਆਇਕਾਂ ਦੀਆਂ ਜੁਗਤੀਆਂ ਸਿੱਖਣ ਕਰਕੇ, ਸੰਸਾਰ ਤੋਂ ਅਤੀਤ ਹੋਣ ਕਰਕੇ,
ਬ੍ਰਹਮ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ ਜਾਂ ਪਰਮਾਤਮਾ ਨਾਲ ਜੋੜ ਮਿਲਾਪ ਨਹੀਂ ਹੋ ਸਕਦਾ। ਹੰਗਤਾ ਤੇ ਮੋਹ ਦੇ ਰਹਿਤ ਹੋ ਕੇ ਗਿਆਨ ਹੋ ਸਕਦਾ ਹੈ। ਜਿਸ ਸਤਿਗੁਰੂ ਦੇ ਹੱਥ ਵਿੱਚ ਗਿਆਨ ਹੈ, ਜੇ ਸਤ ਜੋੜ ਉਹਦਾ ਭਾਵ ਹੈ, ਉਹ ਸਿੱਖ ਨੂੰ ਹੱਥ ਤੇ ਧਰੇ ਔਲੇ ਦੀ ਨਿਆਈ ਗਿਆਨ ਕਰਵਾ ਸਕਦਾ ਹੈ। ਉਹ ਬ੍ਰਹਮ ਵੇਤੀ ਦੀ ਸਮਦ੍ਰਿਸ਼ਟੀ ਹੋ ਜਾਂਦੀ ਹੈ। ਉਸ ਵਿੱਚ ਉੱਚਾ ਜਾਂ ਨੀਵਾਂਪਣ ਨਹੀਂ ਰਹਿੰਦਾ। ਬਾਕੀ ਇਹ ਸਾਰਾ ਸੰਸਾਰ ਐਵੇਂ ਮਨ ਦਾ ਸ਼ੋਰ ਸ਼ਰਾਬਾ ਹੈ। ਜੇ ਕਿਸੇ ਦੇ ਕਥਨ ਕਰਨ ਵਿੱਚ ਸੰਸਾ ਹੈ ਤੇ ਜੇ ਕਿਸੇ ਦੇ ਮਨ ਵਿੱਚ ਮਾਣ ਹੈ ਕਿ ਮੈਂ ਕੁਝ ਕਰ ਸਕਦਾ ਹਾਂ, ਤਾਂ ਫਿਰ ਵੀ ਕਰਕੇ ਦੇਖ ਲਵੇ, ਨਹੀਂ ਹੋ ਸਕਦਾ। ਇਸ ਕਰਕੇ ਉਹ ਆਪਣੀ ਅਜਮਾਇਸ਼ ਕਰਕੇ ਦੇਖ ਸਕਦਾ ਹੈ। ਮਹਾਰਾਜ ਕਹਿੰਦੇ ਇਹ ਸਤ ਬਚਨ ਹੈ ਵੀ ਜਿਸ ਹੱਥ ਜੋੜ ਕਰ ਵੇਖੈ ਸੋਏ। ਪਰ ਇਹ ਸਾਰੀ ਤਾਕਤ ਵਾਹਿਗੁਰੂ ਦੇ ਹੱਥ ਵਿੱਚ ਹੈ। ਸਾਰੇ ਆਪਣੇ ਆਪ ਉੱਤਮ ਮੰਨਦੇ ਨੇ, ਆਪਣੇ ਆਪ ਨੂੰ ਨੀਚ ਕੋਈ ਨਹੀਂ ਮੰਨਦਾ, ਜਿਸ ਕਰਕੇ ਪ੍ਰਾਪਤੀ ਨਹੀਂ ਹੁੰਦੀ। ਕੋਈ ਉੱਤਮ ਜਾਂ ਨੀਚ ਜੋੜ ਕਰਕੇ ਕੁਝ ਨਹੀਂ ਹੋ ਸਕਦਾ। ਵਾਹਿਗੁਰੂ ਦੀ ਕਿਰਪਾ ਨਾਲ ਸਭ ਕੁਝ ਹੋ ਸਕਦਾ ਹੈ। ਇਹਦੇ ਵਿੱਚ ਮਹਾਰਾਜ ਸਾਹਿਬ ਨੇ 92 ਅੱਖਰਾਂ ਵਿੱਚ ਇਹ ਬ੍ਰਹਮ ਗਿਆਨ, ਜਿਹਦੇ ਵਿੱਚ 3 ਸੰਪਰਦਾਇ ਅਰਥ ਸੀ, ਬਲਕਿ ਚੌਥਾ ਵੀ 3 ਤੁਕਾਂ ਦਾ ਅਰਥ ਹੋਰ ਹੋਇਆ। ਮਹਾਰਾਜ ਨੇ ਕਰਵਾ ਲਿਆ। ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਖਿਮਾ ਕਰਨ। ਤੇ ਆਓ ਹੁਣ ਇੱਥੇ ਸਮਾਪਤੀ ਹੈ। ਕੱਲ ਨੂੰ ਫਿਰ ਸਤਿਗੁਰੂ ਕਿਰਪਾ ਕਰਨਗੇ, ਸਮੇਂ ਸਿਰ ਆ ਕੇ ਲਾਭ ਪ੍ਰਾਪਤ ਕਰਨਾ ਜੀ। ਹਾਂਜੀ। ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉਤਮ ਨੀਚ ਨ ਕੋਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।